ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬਾਣੀ ਬਿਰਲਿਓ ਵਿਚਾਰਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਰਬ ਸਾਂਝੀਵਾਲਤਾ ਦੇ ਰਹਿਬਰ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ 'ਚ ਜੁੜ ਬੈਠੀ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਕ 795 ਤੇ ਸੁਸ਼ੋਭਿਤ ਸ਼ਬਦ ਰਾਗ ਬਿਲਾਵਲ ਦੇ ਵਿੱਚ ਲੜੀਵਾਰ ਜੋ 16ਵਾਂ ਰਾਗ ਹੈ, ਜਿਸ ਦੇ ਗਾਉਣ ਦਾ ਸਮਾਂ ਦਿਨ ਦਾ ਪਹਿਲਾ ਪਹਿਰ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਇਹ ਸ਼ਬਦ ਆਪਾਂ ਨੇ ਸਰਵਣ ਕਰਨਾ। ਆਓ ਸਤਿਗੁਰੂ ਅੱਗੇ ਜੋਦਨੀਆਂ ਕਰੀਏ ਕਿ ਸ਼ਬਦ ਵਿਚਾਰ ਦੀ ਜੋ ਸੋਝੀ ਹੈ ਉਹ ਸਾਨੂੰ ਬਖਸ਼ਿਸ਼ ਕਰਨ, ਕਿਰਪਾ ਕਰਨ, ਰਹਿਮਤ ਕਰਨ। ਕੀ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਆਓ ਸਰਵਣ ਕਰੀਏ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਬਿਲਾਵਲ ਮਹਿਲਾ ਪਹਿਲਾ ਚੌਪਦੇ ਘਰ ਪਹਿਲਾ। ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਬੜਾਈ। ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ। ਰਹਾਓ ਜੋ ਕੁਛ ਹੋਆ ਸਭ ਕੁਝ ਤੁਝ ਤੇ ਤੇਰੀ ਸਭ ਅਸਨਾਈ। ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧਲੇ ਕਿਆ ਚਤੁਰਾਈ। ਕਿਆ ਹੋ ਕਥੀ ਕਥੈ ਕਾ ਦੇਖਾਂ ਮੈਂ ਅਕਥ ਨਾ ਕਥਨਾ ਜਾਈ। ਜੋ ਤੁਧ ਭਾਵੈ ਸੋਈ ਆਖਾ ਤਿਲ ਤੇਰੀ ਵਡਿਆਈ। ਇਤੇ ਕੂਕਰ ਹੋ ਬੇਗਾਨਾ ਭੌਂਕਾ ਇਸ ਤਨ ਤਾਈ। ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਸਤਿਗੁਰੂ ਇਹ ਸ਼ਬਦ ਦੇ ਰਾਹੀਂ ਧੰਨ ਗੁਰੂ ਨਾਨਕ ਪਾਤਸ਼ਾਹ ਉੱਪਰ ਜੋ ਮੂਲ ਮੰਤਰ ਹੈ ਉਹ ਬਖਸ਼ਿਸ਼ ਕਰਦੇ ਨੇ ਮੰਗਲਾਚਰਨ ਦੇ ਰੂਪ ਦੇ ਵਿੱਚ ਕਿ ਉਹ ਇੱਕ ਹੈ, ਸਰਬ ਵਿਆਪੀ ਹੈ, ਉਸ ਦਾ ਨਾਮ ਸੱਚਾ ਹੈ, ਉਹ ਨਿਰਭਉ ਹੈ, ਉਹ ਨਿਰਵੈਰ ਹੈ, ਉਹ ਕਾਲ ਦੇ ਚੱਕਰ ਵਿੱਚ ਨਹੀਂ ਹੈ, ਉਸ ਦੀ ਵੀ ਹਸਤੀ ਵਾਲਾ ਹੈ ਔਰ ਕਿਸੇ ਜੂਨੀ 'ਚ ਨਹੀਂ ਆਉਂਦਾ। ਔਰ ਗੁਰੂ ਦੀ ਕਿਰਪਾ ਦੇ ਨਾਲ ਇਸ ਗੱਲ ਦੀ ਸਮਝ ਆਉਂਦੀ ਹੈ ਜੋ ਖੁਦ ਤੋਂ ਪ੍ਰਕਾਸ਼ ਹੈ। ਸੋ ਜੋ ਊੜੇ ਦਾ ਮੂੰਹ ਖੁੱਲ੍ਹਾ ਹੈ, ਇਹਦੇ ਵਿੱਚ ਇਹ ਕਿਸੇ ਵੀ ਸੰਸਕ੍ਰਿਤ ਦੀ ਭਾਸ਼ਾ ਦੇ ਵਿੱਚ, ਕਿਸੇ ਭਾਸ਼ਾ ਦੇ ਵਿੱਚ ਇਸ ਤਰ੍ਹਾਂ ਦਾ ਸ਼ਬਦ ਨਹੀਂ ਹੈ। ਸੋ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਇਹ ਸ਼ਬਦ ਦਾ ਨਿਰਮਾਣ ਕੀਤਾ, ਜਿਹਦਾ ਜੋ ਮਹਿਨਾ ਬਣਦੇ ਨੇ ਕਿ ਸ਼ਿਵ ਜੀ ਹੈ, ਬ੍ਰਹਮਾ ਹੈ, ਵਿਸ਼ਨੂੰ ਹੈ ਅਤੇ ਮਾਇਆ। ਇਹ ਚਾਰ ਆਕਾਰ, ਓਕਾਰ, ਮਕਾਰ ਅਤੇ ਮਾਇਆ, ਉਹਨਾਂ ਦਾ ਵੇਰਵਾ ਸਤਿਗੁਰਾਂ ਨੇ ਬਖਸ਼ ਕੀਤਾ ਕਿ ਸਾਰੇ ਉਸ ਦੇ ਵਿੱਚੋਂ ਹੀ ਬਣੇ ਨੇ। ਉਸ ਅਕਾਲ ਪੁਰਖ ਵਾਹਿਗੁਰੂ ਦੀ ਸਾਰੇ ਰਚਨਾ ਨੇ। ਸੋ ਆਓ ਜੋ ਬਿਲਾਵਲ ਰਾਗ ਲੜੀਵਾਰ 16ਵਾਂ ਦਿਨ ਦੇ ਪਹਿਲੇ ਪਹਿਰ ਗਾਉਣ ਵਾਲਾ ਰਾਗ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਦੀ ਮੁਬਾਰਕ ਰਸਮ ਦਾ ਉਚਾਰਨ ਕੀਤਾ। 795 ਅੰਕ 'ਤੇ ਸੁਸ਼ੋਭਿਤ ਹੈ। ਆਓ ਸਰਵਣ ਕਰੀਏ। ਵਿਆਖਿਆ ਰੂਪ ਦੇ ਵਿੱਚ ਸਤਿਗੁਰੂ ਜੋ ਸਾਨੂੰ ਸੋਝੀ ਬਖਸ਼ਿਸ਼ ਕਰਦੇ ਨੇ ਕਿ ਇਹ ਚਾਰ ਪਦਿਆਂ ਵਾਲਾ ਸ਼ਬਦ ਹੈ ਔਰ ਤਾਲ ਇਹਦੀ ਪਹਿਲੇ ਘਰ 'ਚ ਰੱਖਣੀ ਹੈ। ਘਰ ਪਹਿਲਾ ਭਾਵ ਕਿ ਗਾਉਣ ਦਾ ਵਾਲੇ ਵੀਰਾਂ ਨੂੰ ਜੋ ਸੰਕੇਤ ਹੈ, ਜੋ ਬਹੁਤ ਘੱਟ ਪੰਥ ਦੇ ਵਿੱਚ ਇਸ ਤਰ੍ਹਾਂ ਦੀ ਜਾਣਕਾਰੀ ਰੱਖਦੇ ਨੇ। ਸੋ ਮੁਬਾਰਕ ਨੇ ਜਿਨ੍ਹਾਂ 'ਤੇ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਉਹ ਪਹਿਲੇ ਤਾਲ ਦੇ ਵਿੱਚ ਗਾਉਣਾ ਹੈ।
तू सुल्तान कहाँ हो मियाँ तेरी कबन बढ़ाई। हे प्रभु तू पातशाह है, तू सुल्तान है। सुल्तान मैंने पातशाह। कहाँ हो मियाँ, मियाँ मैंने चौधरी। हे प्रभु जे मैं तेनों चौधरी कह के बढ़ियावां, तेरी कबन बढ़ाई तो तेरी की बढ़ाई हुई। भाव कि तू पातशाह है, कोई तेनों चौधरी कहे मियाँ कहे तो तेरी वडियाई की हो सकती है। भाव कि तेरी वडियाई असीं करन जोगे नहीं हाँ। साडी इस तरह की मत नहीं है, साडी इन्नी समर्था नहीं है कि तेरी वडियाई की जा सके। सो सतगुरु अकाल पुरख वाहिगुरू अपनी आप ही जानते हैं। सो मनुख की जिन्नी क समर्था सतगुरु अकाल पुरख वाहिगुरू बख्शिश करते हैं उन्नी क बन जाती है। उन्नी क सिफत सलाह वो कर सकता है जिन्नी वो करवाउंदा है। सो तू पातशाह है, जे सुल्तान नूं कोई चौधरी कही जाए तो ऐं लगता है कि उसनूं छोटा कह के कोई पुकार रहा है। सो महाराज बचन करते हैं कि तू तो सुल्तान है, पातशाह है, तो जे मैं मेरी मत इन्नी कह के मैनूं इन्ना कहना ही नहीं आता, जे मैं मियाँ कही जाना चौधरी कही जाना, ये मेरी मूर्खता है, तेरी की वडियाई है। तू सुल्तान कहाँ हो मियाँ तेरी कबन बढ़ाई, जो तू दे सो कहा स्वामी, मैं मूर्ख कहण न जाई। हे स्वामी, हे मेरे मालक, जो तू सानू दिना है, जो तू दे सो कहा स्वामी। असी कुछ होर बोल नहीं सकते, असी कह नहीं सकते, क्योंकि सब कुछ तेरे बस दे विच है, मत तेरे बस दे विच है। जिन्नी तू सानू बख्शिश करके दे देवेगा उन्ने असी बोल सकते हैं, उस तो अगे नहीं चल सकते। जो तू दे सो कहाँ स्वामी, मैं मूर्ख कहण ना जाई। जे मैं कुछ कहूँगा तो मेरी मूर्खता है, मैं मूर्ख कहण ना जाई। मैं खुद आपदे पद्धर दे उपर इस तरह का कुछ भी नहीं कह सकता, और जे कहण का यतन करूँगा तो फिर मेरी मूर्खता सामने आएगी। तेरे गुण गावा देह बुझाई। हे प्रभु तू मेरे ते कृपा कर, मैनू ये समझ दे, देह बुझाई मैंने ये समझ बख्शिश कर कि मैं तेरे गुण गावां। सो ये जो मनुखा जन्म सानू मिले, अकाल पुरख वाहिगुरू ने बख्शिश किया, सब तो उपरला जन्म, ये उस परमात्मा के गुण गाउण लई मिले। अमृत वेला सच नौ वडियाई विचार। सो वो अमृत वेला संभालना साडे लई जरूरी बनता है। गुरु के जो द्वारे ने, गुरु के जो ये स्कूल ने जो सिक्ख्या वास्ते सुशोभित ने, इस मात लोक दे विच इत्थे अमृत वेले संगत की भरमार होनी चाहिए है। क्योंकि महाराज के बचन ने मूँहों के बोलण बोलीए जित सुन थरे प्यार, अमृत वेला सच नौ वडियाई विचार। हे प्रभु मेरे ते कृपा कर कि मेरा ये अमृत वेला कदे भी ना खुंजे, मैं तेरे गुण गाउंदा रहां। जैसे सच मैं रहो रजाई, तो ये मेरे ते बख्शिश कर कि मेरे अंदर सच भी टिका रहे, तो मैं तेरी रजा दे विच भी रहां। रहो रजाई, तेरी की रजा, तेरी की मर्जी है, जो तेरा सच रूप नाम है मैं उस दे विच टिकिया रहां। भाव कि मेरी जिहड़ी हालत है वो इस तरह रहे कि सच भी कमाउंदा रहां ते तेरी रजा भी मानदा रहां। रहाओ विराम दे के बचन करते हैं, जो किश होआ सब किश तुझते, तेरी सब असनाई। हे प्रभु जो कुछ भी होया है वो तेथों होया है। असनाई मैंने हुंदी है वाकफियत, जानकारी, समझ। अशनाई आड़ा सस्से दे पैर च बिंदी नाल उचारण करना, नन्ने नूं करना डी नवेरी। तेरी कुदरत की जानकारी, वाकफियत सानू नहीं है। कुदरत दे विच की कुछ तो बनाया कादर ने, सानू पूरी जानकारी नहीं है। कोई भी मनुख दावा नहीं कर सकता कि मैं उसकी बनाई कुदरत का अंत भेत पा लवां। सानू पता ही नहीं है की कुछ बनाया, किन्ने किस तरह का, किन्नी सूरज ने, किन्नी चंद्रमा ने, किन्नी धरतियां ने, किन्नी कुछ है, नहीं पता लगता। सो ये सारा कुछ कीता तू है, और तेरी इस तरह की जिहड़ी वाकफियत है, तेरी सब अशनाई, तेरी कुदरत तो ही सानू जानकारी मिलती है। इत्थों सानू पता चलता है कि तू किड्डा वड्डा बेअंत है, क्योंकि कुदरत एक शक्ति है। अकाल पुरख वाहिगुरू ने संसार पैदा किया, और असीं जदों वेखदे हां
ਤਾਂ ਪਤਾ ਚੱਲਦਾ ਹੈ ਜਿੰਨੀ ਕੁ ਸਾਨੂੰ ਸਮਝ ਆਉਂਦੀ ਹੈ, ਜਿੰਨੀ ਕੁ ਸਾਨੂੰ ਵਾਕਿਫੀਅਤ ਜਾਣਕਾਰੀ ਬਣਦੀ ਹੈ, ਉਨੀ ਕੁ ਸਾਡੀ ਸਮਝ ਬਣਦੀ ਹੈ। ਪਰ ਉਸ ਤੋਂ ਅੱਗੇ ਤੂੰ ਕੀ ਕੁਛ ਕੀਤਾ ਹੋਇਆ ਪਤਾ ਨਹੀਂ। ਜੇ ਹੋਂ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਕਿ ਨਹੀਂ ਕਥਿਆ ਜਾ ਸਕਦਾ ਕਿ ਪੂਰਾ ਕੋਈ ਇਹ ਵੇਰਵਾ ਦੇਣਾ ਚਾਹਵੇ ਵੀ ਇਹ ਕੁਦਰਤ ਦੇ ਵਿੱਚ ਬਸ ਆਹੀ ਕੁਛ, ਅੱਗੇ ਨਹੀਂ ਹੈ। ਇਸ ਤਰ੍ਹਾਂ ਕੁਛ ਨਹੀਂ ਪਤਾ ਲੱਗਦਾ। ਜੋ ਕੁਛ ਹੋਆ ਸਭ ਕੁਝ ਤੁਝ ਤੇ, ਅਸੀਂ ਨੇ ਨਹੀਂ ਕੁਛ ਵੀ ਬਣਾਇਆ, ਸਭ ਕੁਝ ਤੇ ਇੱਥੋਂ ਹੋਇਆ। ਤੇਰੀ ਸਭ ਅਸ਼ਨਾਈ, ਤੇ ਇਹ ਵਾਕਫੀਅਤ ਵੀ ਸਾਰੀ ਤੇਰੀ ਹੈ, ਜਾਣਕਾਰੀ ਤੇਰੀ ਹੈ। ਸੋ ਕੁਦਰਤ ਦੀ ਜਾਣਕਾਰੀ ਦੇਣ ਵਾਲਾ ਤੂੰ ਹੈ। ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਔਂਧਲੇ ਕਿਆ ਚਤੁਰਾਈ। ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀਓ, ਇਹ ਮੇਰੇ ਸਾਹਿਬ, ਤੇਰਾ ਅੰਤ ਮੈਂ ਨਹੀਂ ਜਾਣ ਸਕਦਾ। ਭਾਵ ਕਿ ਕੋਈ ਵੀ ਸਤਿਗੁਰੂ ਸਾਨੂੰ ਬਖਸ਼ਿਸ਼ ਕਰਦੇ ਨੇ, ਜੇ ਉਹਦਾ ਅੰਤ ਬੇਅੰਤ ਦਾ ਲੱਭਣਾ ਚਾਹੇ ਕੋਈ ਲੱਭ ਨਹੀਂ ਸਕਦਾ। ਅੰਤ ਨਾ ਪਾਰਾਵਾਰ ਹੈ, ਉਹਦਾ ਕੋਈ ਉਰਲਾ ਪਰਲਾ ਬੰਨਾ ਨਹੀਂ ਲੱਭ ਸਕਦਾ। ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਔਂਧਲੇ ਕਿਆ ਚਤੁਰਾਈ। ਮੈਂ ਕੀ ਚਲਾਕੀ ਕਰ ਸਕਦਾ, ਮੈਂ ਅੰਨਾ ਅਗਿਆਨੀ ਹਾਂ। ਅੰਧਲੇ ਮੈਨੇ ਅੰਧਾ ਅਗਿਆਨੀ, ਅਤੇ ਚਲਾਕੀ ਨਾਲ ਮੈਂ ਕਿਵੇਂ ਪਾ ਸਕਦਾ, ਚਤੁਰਾਈ ਨਾਲ ਤੈਨੂੰ ਕਿਵੇਂ ਪਾ ਸਕਦਾ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਧਰਮ ਦੀ ਦੁਨੀਆ ਦੇ ਵਿੱਚ ਕੋਈ ਚਤੁਰਾਈ ਨਹੀਂ ਚੱਲਦੀ, ਕੋਈ ਚਲਾਕੀ ਨਹੀਂ ਚੱਲਦੀ। ਵੈਸੇ ਤਾਂ ਦੂਜੀ ਦੁਨੀਆ ਦੇ ਵਿੱਚ ਅਸੀਂ ਚਲਾਉਂਦੇ ਹਾਂ ਚਲਾਕੀ, ਪਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਉਹ ਵੀ ਗਲਤ ਹੈ। ਸਿਆਣਾ ਹੋਣਾ ਹੋਰ ਗੱਲ ਹੈ, ਚਲਾਕ ਹੋਣਾ ਹੋਰ ਗੱਲ ਹੈ। ਸੋ ਚਲਾਕੀ ਨਹੀਂ ਕਿਸੇ ਨਾਲ ਕਰਨੀ, ਗੁਰੂ ਤੋਂ ਸਿੱਖਿਆ ਲੈ ਕੇ ਸਿਆਣਾ ਬਣ ਕੇ ਜੀਵਨ ਜਾਚ ਸਿੱਖਣੀ ਹੈ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਕੀ ਚਤੁਰਾਈ ਹੈ, ਕੀ ਚਲਾਕੀ ਹੈ। ਕਿ ਜੇ ਮੈਂ ਕਹਾਂ ਵੀ ਮੈਂ ਪਾ ਲਿਆ, ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਔਂਧਲੇ ਕਿਆ ਚਤੁਰਾਈ, ਕੋਈ ਚਲਾਕੀ ਨਹੀਂ। ਕਿਆ ਹੋ ਕਥੀ ਕਥੈ ਕਥ ਦੇਖਾ, ਮੈਂ ਅਕਥ ਨਾ ਕਥ ਨਾ ਜਾਈ। ਹੇ ਪ੍ਰਭੂ, ਮੈਂ ਕੀ ਕਥ ਸਕਦਾ, ਮੈਂ ਕਥ ਕਥ ਕੇ ਜਿੰਨਾ ਕੁ ਕਥ ਸਕਦਾ ਸੀ, ਜਿੰਨੀ ਕੁ ਤੂੰ ਮੈਨੂੰ ਸਮਰੱਥਾ ਦਿੱਤੀ ਮੈਂ ਦੇਖ ਲਿਆ। ਪਰ ਕੀ ਹੋਇਆ ਕਿ ਅਕਥ ਨਾ ਕਥ ਨਾ ਜਾਈ। ਤੂੰ ਅਕਥ ਹੈ, ਤੈਨੂੰ ਕੋਈ ਕਥ ਨਹੀਂ ਸਕਦਾ। ਸਾਡੇ ਵਿੱਚ ਇਹ ਸਮਰੱਥਾ ਨਹੀਂ ਹੈ ਕਿ ਤੈਨੂੰ ਕਥ ਸਕੀਏ। ਭਾਵ ਉਹ ਕਥਨ ਜੋ ਤੂੰ ਸਾਨੂੰ ਦਿੰਦਾ ਹੈ, ਸੋ ਕੋਈ ਇਹ ਰੇਖਾ ਨਹੀਂ ਕੱਢ ਸਕਦਾ, ਕੋਈ ਇਹ ਸੀਮਾ ਨਹੀਂ ਬਣਾ ਸਕਦਾ ਕਿ ਵੀ ਮੈਂ ਇਹ 'ਚ ਐਕਸਪਰਟ ਹਾਂ, ਮੈਂ ਇਹਦਾ ਜਾਣਕਾਰ ਹਾਂ, ਮੈਨੂੰ ਸਭ ਪਤਾ ਚੱਲ ਗਿਆ। ਇਸ ਤਰ੍ਹਾਂ ਨਹੀਂ ਹੈ। ਜੇ ਪਤਾ ਵੀ ਚੱਲ ਗਿਆ ਤਾਂ ਮਹਾਰਾਜ ਜੀ ਬਚਾਂਗੇ, ਜੇ ਹੁਣ ਜਾਣਾ ਆਖਾਂ ਨਹੀਂ, ਜੇ ਮੈਨੂੰ ਪਤਾ ਹੈ ਮੰਨ ਲਓ ਜਾਣ ਲਿਆ, ਕਹਿਣਾ ਕਥਨ ਨਾ ਜਾਈ, ਫਿਰ ਵੀ ਨਹੀਂ ਕਥਿਆ ਜਾ ਸਕਦਾ, ਫਿਰ ਵੀ ਨਹੀਂ ਕਹਿ ਨਹੀਂ ਜਾ ਸਕਦਾ। ਸੋ ਹੇ ਪ੍ਰਭੂ, ਅਸੀਂ ਤੇਰੇ ਪੈਦਾ ਕੀਤੇ ਜੋ ਜੀਵ ਹਾਂ, ਜੋ ਤੁਧ ਭਾਵੈ ਸੋਈ ਆਖਾਂ, ਤਿਲ ਤੇਰੀ ਵਡਿਆਈ। ਜੋ ਤੁਧ ਭਾਵੈ, ਜੋ ਤੈਨੂੰ ਚੰਗਾ ਲੱਗਦਾ, ਅਸੀਂ ਉਹੀ ਆਖਦੇ ਹਾਂ, ਸੋਈ ਆਖਾਂ। ਅਸੀਂ ਹੋਰ ਕੀ ਆਖੀਏ, ਕਿਉਂਕਿ ਤੇਰੀ ਰਜ਼ਾ ਤੋਂ ਬਾਹਰ ਤਾਂ ਕੋਈ ਹੋ ਹੀ ਨਹੀਂ ਸਕਦਾ। ਜੋ ਤੁਧ ਭਾਵੈ ਸੋਈ ਆਖਾਂ। ਜੇ ਤੂੰ ਜਿੰਨੀ ਕੁ ਕਿਰਪਾ ਕਰੇਗਾ, ਜਿੰਨੀ ਕੁ ਸੁਰਤ ਉੱਚੀ ਲੈ ਕੇ ਜਾਵੇਂਗਾ, ਉਨੇ ਕੁ ਸਾਡੇ ਬੋਲ ਚੱਲ ਪੈਣਗੇ। ਸੋ ਤੇਥੋਂ ਬਿਨਾਂ ਸਾਡਾ ਇਸ ਤਰ੍ਹਾਂ ਦਾ ਕੋਈ ਕਰਮ ਨਹੀਂ ਬਣ ਸਕਦਾ। ਜੋ ਤੁਧ ਭਾਵੈ ਸੋਈ ਆਖਾ, ਜੇ ਆਖ ਵੀ ਲਿਆ ਫਿਰ ਵੀ ਮੈਨੂੰ ਕੀ ਸਮਝ ਲੱਗਦੀ ਹੈ, ਤਿਲ ਤੇਰੀ ਵਡਿਆਈ। ਤੇਰੀ ਵਡਿਆਈ ਥੋੜ੍ਹੀ ਜਿਹੀ ਹੈ, ਤਿਲ ਜਿੰਨੀ ਕੁ, ਤਿਲ ਤੇਰੀ ਵਡਿਆਈ ਫਿਰ ਵੀ। ਭਾਵ ਇੱਕ ਦੂਜੀ ਬੋ ਲੱਖ ਹੋਏ, ਜਿੰਨੀ ਮਰਜ਼ੀ ਕੋਈ ਯਤਨ ਕਰੇ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੋ ਬੇਅੰਤ ਹੈ, ਉਸ ਨੂੰ ਕਥਿਆ ਨਹੀਂ ਜਾ ਸਕਦਾ। ਇੱਥੇ ਕੂਕਰ ਹਉ ਬੇਗਾਨਾ, ਭੌਕਾ ਇਸ ਤਨ ਤਾਈ। ਇੱਥੇ ਕੂਕਰ, ਮੈਨੇ ਬਹੁਤ ਸਾਰੇ ਕੂਕਰ, ਮੈਨੇ ਕੁੱਤੇ, ਅਨੇਕੇ ਕੁੱਤੇ ਭੌਂਕ ਰਹੇ ਨੇ। ਇੱਥੇ ਕੂਕਰ ਹਉ ਬੇਗਾਨਾ, ਉਹਨਾਂ ਦੇ ਵਿੱਚ ਹਉ ਮੈਨੇ ਮੈਂ, ਬੇਗਾਨਾ ਮੈਨੇ ਬੇਗਾਨਾ, ਓਪਰਾ। ਉਹਨਾਂ ਕੁੱਤਿਆਂ ਦੇ ਵਿੱਚ ਮੈਂ ਵੀ ਇੱਕ ਓਪਰਾ ਕੁੱਤਾ। ਇੱਕ ਕੁੱਤੇ ਦੀ ਇੱਕ ਨਿਸ਼ਾਨੀ ਹੈ ਕਿ ਜਦੋਂ ਵੀ ਉਹ ਕਿਤੇ ਉਹਨੂੰ ਕੋਈ ਓਪਰਾ ਕੁੱਤਾ ਦਿਖਦਾ ਤਾਂ ਭੌਂਕਣਾ ਸ਼ੁਰੂ ਕਰ ਦਿੰਦਾ। ਜ਼ੋਰ ਜ਼ੋਰ ਦੀ ਆਪਾਂ ਦੇਖਦੇ ਉਹਦਾ ਸੁਭਾਅ ਹੈ। ਜਿਨ੍ਹਾਂ ਦੇ ਨਾਲ ਰਹਿੰਦਾ ਉਹਨਾਂ ਨੂੰ ਨਹੀਂ ਭੌਂਕਦਾ, ਕਿਉਂਕਿ ਉਹਦੇ ਨਾਲ ਹੀ ਫਿਰਦੇ ਰਹਿੰਦੇ ਆ। ਪਰ ਜਿਹੜੇ ਵੀ ਉਹਨੂੰ ਕੋਈ ਗਲੀ ਵਿੱਚ ਬੇਗਾਨਾ ਆਉਂਦਾ ਦਿੰਦਾ, ਓਪਰਾ ਦਿੰਦਾ, ਉਦੋਂ ਉਹ ਵੀ ਭੌਂਕਣਾ ਸ਼ੁਰੂ ਕਰ ਦਿੰਦਾ। ਸੋ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਸਾਨੂੰ ਇੱਥੇ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਕਿ ਕਿੰਨੇ ਕੂਕਰ ਤੇਰੇ ਦਰਬਾਰ ਦੇ ਉੱਪਰ ਕੂਕ ਰਹੇ ਨੇ, ਭੌਂਕ ਰਹੇ ਨੇ। ਉਹਨਾਂ ਵਿੱਚੋਂ ਮੈਂ ਵੀ ਸਾਨੂੰ ਸਮਝਾਉਣਾ ਕਰਦੇ ਨੇ, ਹਉ ਬੇਗਾਨਾ, ਮੈਂ ਵੀ ਇੱਕ ਓਪਰਾ ਕੁੱਤਾ।
ਭੌਂਕਾਂ ਇਸ ਤਨ ਤਾਈਂ, ਮੈਂ ਵੀ ਭੌਂਕ ਰਿਹਾ ਕਾਹਦੇ ਲਈ? ਇਸ ਤਨ ਤਾਈਂ, ਕਿ ਇਸ ਤਨ ਦੀ ਮੁਕਤੀ ਹੋ ਜਾਏ। ਸੋ ਉਹ ਯਤਨ ਮੈਂ ਵੀ ਕਰ ਰਿਹਾ। ਤੇਰੀ ਕਿਰਪਾ ਸਦਕਾ ਅਨੇਕੀ ਤੇਰੇ ਦਰ ਦੇ ਕੂਕਰ ਨੇ, ਅਤੇ ਉਹਨਾਂ ਕੂਕਰਾਂ ਦੇ ਵਿੱਚ ਜਦੋਂ ਮੈਂ ਜਾ ਕੇ ਲੱਗਦਾ ਤਾਂ ਮੈਨੂੰ ਲੱਗਦਾ ਕਿ ਮੈਂ ਬੇਗਾਨਾ, ਜਿਵੇਂ ਉਹ ਕੁੱਤੇ ਨੂੰ ਉਹ ਭੌਂਕਦੇ ਨੇ, ਮੈਨੂੰ ਉਪਰਾ ਉਪਰਾ ਮਹਿਸੂਸ ਹੁੰਦਾ ਹੈ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਮੈਂ ਸਾਨੂੰ ਸਮਝਾਉਣਾ ਕਰਦੇ ਨੇ ਕਿ ਇਸ ਤਨ ਦੀ ਮੁਕਤੀ ਦੇ ਖਾਤਰ ਮੈਂ ਵੀ ਤੇਰੇ ਦਰਬਾਰ ਦਾ ਕੂਕਰ ਹਾਂ। ਮੈਂ ਵੀ ਉੱਚੀ ਉੱਚੀ ਭੌਂਕਣ ਦਾ ਭਾਵ ਕੇ ਬੋਲ ਕੇ ਤੇਰੀ ਵਡਿਆਈ ਕਰਨ ਦਾ ਯਤਨ ਕਰਦਾ, ਤਾਂ ਕਿ ਇਹ ਮੇਰਾ ਤਨ ਮੁਕਤ ਹੋ ਜਾਵੇ। ਭੌਂਕਾ ਇਸ ਤਨ ਤਾਈਂ ਭਗਤਹੀਣ ਨਾਨਕ, ਜੇ ਹੋਏਗਾ, ਨਾਨਕ ਗੁਰੂ ਜੀ ਫਰਮਾਨ ਕਰਦੇ ਹਨ, ਜੇ ਭਗਤੀ ਤੋਂ ਹੀਣਾ ਹੈ, ਸਾਨੂੰ ਸਮਝਾਉਂਦੇ ਨੇ, ਨਾਨਕ ਗੁਰੂ ਜੀ ਫਰਮਾਨ ਕਰਦੇ ਨੇ ਕਿ ਜੇ ਮੈਂ ਭਗਤੀ ਤੋਂ ਹੀਣਾ, ਭਾਵ ਅਸੀਂ ਭਗਤੀ ਤੋਂ ਹੀਣੇ ਹਾਂ, ਤਾਂ ਖਸਮੈ ਨਾਉ ਨਾ ਜਾਈ, ਫਿਰ ਵੀ ਉਸ ਖਸਮ ਦਾ ਨਾਂ ਸਾਡੇ ਨਾਲ ਜੁੜਿਆ ਰਹਿੰਦਾ ਹੈ। ਭਾਵੇਂ ਅਸੀਂ ਭਗਤੀ ਨਹੀਂ ਕਰਦੇ, ਸਾਰੇ ਪੁਰਾਣੇ ਭਗਤੀ ਨਹੀਂ ਕਰਦੇ, ਭਗਤੀ ਤੋਂ ਹੀਣੇ ਨੇ ਬਹੁਤ, ਪਰ ਜੇ ਹੀਣੇ ਨੇ ਫਿਰ ਵੀ ਅਸੀਂ ਤੇਰੇ ਹਾਂ, ਕਿਉਂਕਿ ਤੇਰੇ ਨਾਲ ਹੀ ਜੁੜੇ ਹੋਏ। ਜੇ ਤੂੰ ਹੈ ਤਾਂ ਅਸੀਂ ਹਾਂ, ਜੇ ਤੂੰ ਨਹੀਂ ਹੈ ਤਾਂ ਫਿਰ ਅਸੀਂ ਵੀ ਨਹੀਂ ਹਾਂ। ਕਿਉਂਕਿ ਜਿਸ ਤਰ੍ਹਾਂ ਆਪਾਂ ਦੁਨੀਆਦਾਰੀ ਦੇ ਵਿੱਚ ਦੇਖਦੇ ਹਾਂ, ਜੇ ਲਿਖਦੇ ਹਾਂ ਆਪਾਂ ਕਿ ਫਲਾਨਾ ਸਿੰਘ ਜਾਂ ਫਲਾਨੀ ਕੌਰ ਪੁੱਤਰੀ ਜਾਂ ਪੁੱਤਰ, ਪਿਓ ਦਾ ਨਾਮ, ਜੇ ਪਿਓ ਹੈ ਤਾਂ ਪੁੱਤਰ ਹੈ, ਜਾਂ ਪੁੱਤਰੀ ਹੈ। ਜੇ ਪਿਓ ਹੀ ਨਹੀਂ ਤਾਂ ਪੁੱਤਰ ਅਤੇ ਪੁੱਤਰੀ ਦੇ ਕੋਈ ਸੁਭਾਵਨੇ ਨਹੀਂ, ਉਹ ਤਾਂ ਨਾਂ ਕੱਟੇ ਨਹੀਂ ਜਾ ਸਕਦਾ। ਚਾਹੇ ਪੁੱਤਰ ਮੰਨਦਾ ਆਪਦੇ ਪਿਓ ਨੂੰ, ਚਾਹੇ ਉਹਦੀ ਗੱਲ ਨਹੀਂ ਮੰਨਦਾ, ਪਰ ਜਦੋਂ ਵੀ ਉਹਨੇ ਕੁਛ ਬਣਾਉਣਾ ਦੁਨੀਆ ਦੇ ਵਿੱਚ ਤਾਂ ਉਹਨੂੰ ਲਿਖਣਾ ਪਊਗਾ ਵੀ ਸਨ ਆਫ ਜਾਂ ਡਾਟਰ ਆਫ, ਪੁੱਤਰ ਜਾਂ ਪੁੱਤਰੀ ਕਿਹਦੀ ਹੈ, ਉਹਦਾ ਨਾਂ ਲਿਖਣਾ ਪੈਣਾ ਜ਼ਰੂਰੀ ਹੈ। ਚਾਹੇ ਕੋਈ ਜਾਇਦਾਦ ਦਾ ਮਸਲਾ ਹੈ, ਚਾਹੇ ਕੋਈ ਕੁਛ ਵੀ ਬਣਾਉਣਾ। ਇਸੇ ਤਰ੍ਹਾਂ ਏਕ ਪਿਤਾ ਏਕ ਸਕੇ ਹਮ ਬਾਰਕ, ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਪਿਤਾ ਹੈ, ਅਸੀਂ ਸਾਰੇ ਉਹਦੇ ਬੱਚੇ ਹਾਂ। ਜੇ ਅਸੀਂ ਨਹੀਂ ਵੀ ਭਗਤੀ ਕਰਦੇ ਫਿਰ ਵੀ ਸਾਡਾ ਪਿਤਾ ਹੈ। ਫਿਰ ਇਹ ਥੋੜ੍ਹੀ ਹੈ ਕਿ ਉਹ ਸਾਨੂੰ ਦੇਣੋਂ ਹਟ ਗਿਆ। ਪਿਤਾ ਵਾਲਾ ਸੁਭਾਅ ਉਹ ਨਹੀਂ ਛੱਡਦਾ। ਸੋ ਸਤਿਗੁਰੂ ਇਸ ਸ਼ਬਦ ਦੇ ਰਾਹੀਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੀ ਸਤੁਤੀ ਦਾ ਢੰਗ ਦੱਸਦੇ ਨੇ। ਸੰਖੇਪ ਦੇ ਵਿੱਚ ਆਪਾਂ ਵੇਰਵੇ ਲੈਣੇ ਨੇ। ਸੋ 3 ਤਰ੍ਹਾਂ ਦੀ ਵਡਿਆਈ ਹੈ ਇੱਥੇ। ਪਹਿਲੀ ਤਰ੍ਹਾਂ ਦੀ ਵਡਿਆਈ ਕੀ ਹੈ? ਆਪਣੀ ਵਡਿਆਈ ਕਰਾਉਣੀ। ਸਾਨੂੰ ਸਭ ਨੂੰ ਇਹ ਭੁੱਖ ਲੱਗੀ ਰਹਿੰਦੀ ਹੈ ਕਿ ਮੇਰਾ ਨਾਮ ਦੁਨੀਆ 'ਚ ਚੱਲੇ, ਮੈਨੂੰ ਲੋਕ ਵੱਡਾ ਵੱਡਾ ਕਹਿਣ, ਜਿੰਨਾ ਵੀ ਕੁਛ ਹੈ ਸਾਰਾ ਮੇਰੇ ਨਾਲ ਜੁੜਿਆ। ਧਨ ਦੌਲਤ ਪਦਾਰਥ ਨੇ, ਇਹ ਸਾਰੇ ਮੈਨੂੰ ਹਉਮੈ ਦੇ ਰੂਪ ਦੇ ਵਿੱਚ ਲੱਗਦੇ ਨੇ ਕਿ ਮੇਰੀ ਜੇ ਹੰਕਾਰ ਜਿਹੜਾ ਮੈਨੂੰ ਵਧਾਉਂਦੇ ਨੇ ਮੇਰਾ, ਅਤੇ ਮੈਂ ਆਪਦੀ ਵਡਿਆਈ ਚਾਹੁੰਦਾ। ਹਰ ਮਨੁੱਖ ਦੀ ਭੁੱਖ ਹੈ ਕਿ ਵੀ ਮੇਰਾ ਨਾਂ ਚੱਲੇ, ਨੇਮ ਪਲੇਟ ਵੀ ਮੇਰੀ ਚੱਲੇ, ਅਹੁਦਾ ਵੀ ਮੇਰੇ ਕੋਲ ਹੋਵੇ, ਲੋਕ ਵੀ ਮੈਨੂੰ ਜਾਣਨ, ਧਨ ਦੌਲਤ ਪਦਾਰਥ ਵੀ ਦੁਨੀਆ ਦੇ ਸਭ ਤੋਂ ਵੱਧ ਮੇਰੇ ਕੋਲ ਹੋਣ। ਇਹ ਹੈ ਸਾਡੀ ਪਹਿਲੀ ਭੁੱਖ ਮਨੁੱਖ ਦੀ, ਆਪਦੀ ਵਡਿਆਈ ਕਰਾਉਣ ਦੀ। ਅਤੇ ਸਤਿਗੁਰੂ ਇਸ ਸ਼ਬਦ ਰਾਹੀਂ ਸਾਨੂੰ ਕੀ ਸੇਧ ਬਖਸ਼ਿਸ਼ ਕਰਦੇ ਨੇ ਕਿ ਆਪਦੀ ਵਡਿਆਈ ਕਰਾਉਣੀ ਛੱਡ। ਪਹਿਲੀ ਗੱਲ ਹਉਮੈ ਛੱਡ, ਕਿਉਂਕਿ ਤੇਰੇ ਅੰਦਰ ਇਹ ਜੋ ਦੁਸ਼ਟੀ ਹੈ ਹਉਮੈ ਰੂਪੀ, ਇਹ ਸਰੀਰ ਮਾਇਆ ਕਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ, ਇਹ ਅਸੀਂ ਦੂਰ ਕਰਨ ਵਾਸਤੇ ਇਸ 'ਤੇ ਸਾਨੂੰ ਜਨਮ ਮਿਲਿਆ। ਪਰ ਹੁੰਦਾ ਇਹਦੇ ਉਲਟ ਹੈ। ਜ਼ਿੰਦਗੀ ਭਰ ਮੈਂ ਤਾਂ ਉਹਦਾ ਪੈਂਡਾ ਛੁੱਟਦਾ ਨਹੀਂ ਹੈ, ਅਤੇ ਤੂੰ ਦੀ ਇਹਦੇ ਕੋਲ ਗੱਲ ਨਹੀਂ ਬਣਦੀ। ਸਿਰਫ ਫਾਰਮੈਲਿਟੀ ਹੁੰਦੀ ਹੈ, ਆਇਆ ਅਤੇ ਚਲਾ ਗਿਆ। ਕੋਈ ਗੱਲ ਮਹਾਰਾਜ ਦੀ ਸੁਣਨੀ ਨਹੀਂ ਹੈ, ਨਾ ਮੰਨਣੀ ਹੈ, ਨਾ ਕਮਾਉਣੀ ਹੈ। ਸੋ ਇਸ ਕਰਕੇ 50-50 ਸਾਲਾਂ ਤੋਂ ਗੁਰਦੁਆਰੇ ਆਉਂਦੇ ਹੋਏ ਵੀ ਅਸੀਂ ਆਪਦਾ ਜੀਵਨ ਪਰਿਵਰਤਨ ਨਹੀਂ ਕਰ ਸਕਦੇ। ਉਵੇਂ ਹੀ ਚੱਲੀ ਜਾਂਦਾ। ਉੱਥੇ ਜਾ ਕੇ ਫਿਰ ਮੈਂ ਕਰਨੀ ਸ਼ੁਰੂ ਕਰ ਦਿੰਦੀ। ਸੋ ਦੂਸਰੀ ਸਤੁਤੀ ਦੁਨੀਆ ਦੀ ਵਡਿਆਈ ਕਰਨੀ। ਪਹਿਲੀ ਆਪਦੀ ਵਡਿਆਈ ਕਰਨੀ, ਜਦੋਂ ਸਤਿਗੁਰੂ ਸਾਨੂੰ ਰੋਕਦੇ ਨੇ। ਦੂਜੀ, ਦੁਨੀਆ ਨਾ ਸਾਲਾ ਹੈ ਜੋ ਮਰ ਵੰਜ ਸੇ, ਲੋਕਾਂ ਨਾ ਸਾਲਾ ਹੈ ਜੋ ਮਰ ਖਾਕ ਥੀ, ਵਾਹ ਮੇਰੇ ਸਹਿਬਾ ਵਾਹ, ਗੁਰਮੁਖ ਸਦਾ ਸਲਾਹੀਆ ਸੱਚਾ ਵੇ ਪ੍ਰਵਾਹ। ਸੋ ਦੁਨੀਆ ਦੀ ਵਡਿਆਈ ਕਰਨੀ। ਦੁਨੀਆ ਨਾ ਸਲਾਹੀ, ਕਿਉਂਕਿ ਦੁਨੀਆ ਸਾਰੀ ਆਵਣ ਜਾਣਾ, ਇਹ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ। ਦੁਨੀਆ ਨੂੰ ਸਲਾਹ ਕੇ ਕੀ ਲੈਣਾ, ਕਿਉਂਕਿ ਦੁਨੀਆ ਤਾਂ ਖੁਦ ਇਸ ਚੱਕਰ 'ਚ ਹੈ।
ਲੋਕਾਂ ਨੂੰ ਸਲਾਹ ਕੇ ਨਹੀਂ ਲੈਣਾ। ਲੋਕਾਂ ਨਾਲ ਸਲਾਹੀ ਜੋ ਮਰ ਖਾਕ ਤੀ, ਉਹ ਵੀ ਖਾਕ ਨੇ ਸਾਰੇ ਲੋਕ ਤੇਰੇ ਸਮੇਤ। ਸੋ ਕਿਹਨੂੰ ਸੁਣਾਉਣਾ? ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀਏ ਸੱਚਾ ਬੇਪਰਵਾਹ। ਹੁਣ ਜਿਹੜੀ ਤੀਜੀ ਸਤੁਤੀ ਹੈ, ਜਿਹਦੇ ਨਾਲ ਸ਼ਬਦ ਸੰਬੰਧਿਤ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਡੀ ਝੋਲੀ 'ਚ ਪਾਇਆ ਬਖਸ਼ਿਸ਼ ਕੀਤਾ, ਉਹ ਵਡਿਆਈ ਕਰਨੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ। ਉਸਤਤ ਕਰੈ ਅਨੇਕ ਜਨ, ਅੰਤ ਨਾ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਆਨਿਕ ਪ੍ਰਕਾਰ। ਸੋ ਸਾਰੀ ਸਤੁਤੀ ਸਾਵਧਾਨ ਹੋ ਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸੋ ਇਹ ਤੀਜੀ ਸਤੁਤੀ ਹੈ ਜਿਹੜੀ ਤੂੰ ਸੁਲਤਾਨ ਕਹਾਂ ਹੋ ਮੀਆਂ। ਸੋ ਸਤਿਗੁਰੂ ਬਖਸ਼ ਕਰਦੇ ਨੇ ਕਿ ਰੱਬ ਨੂੰ ਆਪਦੀ ਵਡਿਆਈ ਦੀ ਭੁੱਖ ਨਹੀਂ ਹੈ, ਮੈਨੂੰ ਆਪਦੀ ਵਡਿਆਈ ਦੀ ਭੁੱਖ ਹੈ, ਦੁਨੀਆ ਨੂੰ ਆਪਦੀ ਵਡਿਆਈ ਦੀ ਭੁੱਖ ਹੈ, ਲੋਕਾਂ ਨੂੰ ਆਪਦੀ ਵਡਿਆਈ ਦੀ ਭੁੱਖ ਹੈ, ਪਰ ਰੱਬ ਨੂੰ ਕੋਈ ਵਡਿਆਈ ਦੀ ਭੁੱਖ ਨਹੀਂ ਹੈ। ਸਗੋਂ ਅਸੀਂ ਵਡਿਆਈ ਉਹਦੀ ਤਾਂ ਕਰਨੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਸਾਡਾ ਪ੍ਰੇਮ ਪਿਆਰ ਬਣ ਜਾਵੇ। ਉਹਨੂੰ ਇਸ ਗੱਲ ਦੀ ਕੋਈ ਨਹੀਂ ਹੈ ਕਿ ਮੇਰੀ ਤੁਸੀਂ ਵਡਿਆਈ ਕਰੋ। ਸੋ ਅਸੀਂ ਆਪਣੇ ਲਈ ਕਰਨੀ ਹੈ ਤਾਂ ਕਿ ਮੇਰੇ 'ਚੋਂ ਗੁਣ ਪ੍ਰਵੇਸ਼ ਹੋ ਜਾਣ, ਉਹ ਅਕਾਲ ਪੁਰਖ ਵਾਹਿਗੁਰੂ ਦੀ ਮੈਂ ਰਹਿਮਤ ਦਾ ਪਾਤਰ ਬਣ ਸਕਾਂ। ਮੇਰਾ ਫਰਜ਼ ਬਣਦਾ ਕਿਉਂਕਿ ਮੇਰਾ ਪਿਤਾ ਹੈ, ਉਸਨੇ ਮੈਨੂੰ ਸਭ ਕੁਝ ਦਿੱਤਾ। ਸੋ ਕੋਈ ਬਿਸਰੈ ਜਨ ਸਭ ਕੁਛ ਦੀਆ। ਅਤੇ ਜੇ ਮੈਨੂੰ ਇਹ ਜਨਮ ਮਿਲਿਆ ਸਭ ਤੋਂ ਉੱਪਰਲਾ, ਉਹ ਸਮਾਂ ਮੈਂ ਨਹੀਂ ਕੱਢਦਾ, ਕੋਈ ਵੀ ਪ੍ਰਾਣੀ ਨਹੀਂ ਕੱਢਦਾ, ਤਾਂ ਇਹ ਸਭ ਤੋਂ ਮਾੜੀ ਅਭਾਗੀ ਸਾਡੇ ਲਈ ਬਦਕਿਸਮਤੀ ਵਾਲੀ ਗੱਲ ਹੈ ਕਿ ਪਰਮਾਤਮਾ ਦਾ ਨਾਮ ਜੋ ਅਸੀਂ ਨਹੀਂ ਜਪਦੇ। ਇਸ ਲਈ ਦੁਨੀਆ ਦਾ ਸਲਾਹੁਣਾ ਹੈ ਠੀਕ ਨਹੀਂ ਹੈ, ਆਪਣੀ ਵਡਿਆਈ ਕਰਾਉਣ ਦੀ ਭੁੱਖ ਹੈ ਜਿਹੜੀ ਉਹ ਵੀ ਠੀਕ ਨਹੀਂ ਹੈ। ਸੋ ਜੋ ਠੀਕ ਹੈ ਉਹ ਹੈ ਪ੍ਰਭੂ ਦੀ ਸਤੁਤੀ ਕਰਨੀ, ਉਸਤੁਤ ਕਰਨੀ। ਉਹ ਵੀ ਅਸੀਂ ਕਰ ਨਹੀਂ ਸਕਦੇ, ਉਹ ਅਕਾਲ ਪੁਰਖ ਵਾਹਿਗੁਰੂ ਰਜ਼ਾ ਕਰਕੇ ਮਿਹਰ ਕਰਕੇ ਸਾਡੇ ਤੋਂ ਕਰਵਾ ਲੈਂਦਾ ਹੈ। ਸੋ ਸਤਿਗੁਰੂ ਬਖਸ਼ਿਸ਼ ਕਰਨ, ਕਿਰਪਾ ਕਰਨ। ਧੰਨ ਗੁਰੂ ਨਾਨਕ ਪਾਤਸ਼ਾਹ ਜਦੋਂ ਪ੍ਰਚਾਰਕ ਦੌਰਿਆਂ 'ਤੇ ਸੀ, ਉਸ ਸਮੇਂ ਗੁਜਰਾਤ ਦਾ ਇੱਕ ਨਗਰ ਹੈ ਡਿੰਗੇ ਨਗਰ, ਉੱਥੇ ਪਹੁੰਚੇ ਔਰ ਉੱਥੇ ਕਾਫੀ ਲੋਕ ਇਕੱਠੇ ਹੋ ਕੇ ਢੋਲ ਵਗੈਰਾ ਵਜਾ ਰਹੇ ਸੀ, ਹੱਥਾਂ 'ਚ ਉਹਨਾਂ ਨੇ ਮਾਲਾ ਫੜੀਆਂ ਹੋਈਆਂ ਸੀ ਫੁੱਲਾਂ ਦੀਆਂ। ਅਤੇ ਗੁਰੂ ਨਾਨਕ ਪਾਤਸ਼ਾਹ ਦਾ ਸਮਝਾਉਣ ਦਾ ਢੰਗ ਬੜਾ ਨਿਰਾਲਾ ਸੀ। ਉਹਨਾਂ ਨੇ ਜਾ ਕੇ ਪੁੱਛਿਆ ਉਹਨਾਂ ਨੂੰ ਵੀ ਇਹ ਕੀ ਹੋ ਰਿਹਾ ਭਾਈ, ਕੀ ਪ੍ਰੋਗਰਾਮ ਹੈ ਇਹ? ਉਹ ਕਹਿੰਦੇ ਜੀ ਇੱਥੇ 40 ਦਿਨਾਂ ਤੋਂ ਇੱਕ ਬਾਬਾ ਜੀ ਰੱਬ ਦਾ ਨਾਮ ਲੈ ਰਹੇ ਨੇ ਔਰ ਕੁਛ ਨਹੀਂ ਖਾਂਦੇ, ਉਹ ਸਿਰਫ ਇੱਕ ਥੋੜ੍ਹਾ ਜਿਹਾ ਪਾਣੀ ਰੱਖਿਆ, ਥੋੜ੍ਹੇ ਜਿਹੇ ਚੌਲਾਂ ਦੇ ਦਾਣੇ ਰੱਖੇ ਨੇ। ਅਤੇ ਅੱਜ ਉਹਨਾਂ ਦੇ ਦਿਨ ਪੂਰੇ ਹੋ ਗਏ, ਉਹਨਾਂ ਨੇ ਪ੍ਰਭੂ ਦੀ ਸਤੁਤੀ ਕੀਤੀ, ਅਸੀਂ ਉਹਨਾਂ ਦਾ ਸਨਮਾਨ ਕਰਨਾ। ਅਤੇ ਗੁਰੂ ਨਾਨਕ ਪਾਤਸ਼ਾਹ ਕੀ ਸਮਝਾਉਣ ਲੱਗੇ? ਕਹਿੰਦੇ ਵੀ ਉਹ ਖਾਂਦਾ ਤਾਂ ਜ਼ਰੂਰ ਰਿਹਾ ਕੁਛ। ਕਹਿੰਦੇ ਨਾ ਜੀ, ਅਸੀਂ ਦੇਖਿਆ, ਅਸੀਂ ਖੁਦ ਰੱਖ ਕੇ ਆਏ, ਕੋਈ ਹੋਰ ਜਾਂਦੇ ਹੀ ਨਹੀਂ ਉੱਥੇ। ਕਹਿੰਦੇ ਫਿਰ ਤੁਸੀਂ ਇਹ ਗੱਲ ਕਰੋ, ਮੇਰੀ ਇੱਕ ਗੱਲ ਮੰਨੋ, ਤੁਸੀਂ ਆਹ ਢੋਲ ਵਜਾਉਣੇ ਬੰਦ ਕਰ ਦਿਓ, ਆਹ ਜਿਹੜੇ ਹਾਰ ਤੁਸੀਂ ਰੱਖੇ ਨੇ ਨਾ ਹੱਥਾਂ 'ਚ, ਇਹ ਵੀ ਪਰਾਂ ਰੱਖ ਲਓ, ਫਿਰ ਦੇਖਣਾ। ਢੋਲ ਬੰਦ ਹੋ ਗਏ, ਉਹਨਾਂ ਨੇ ਹਾਰ ਪਰਾਂ ਰੱਖ ਦਿੱਤੇ। ਅਤੇ ਉਸ ਮਹਾਤਮਾ ਨੂੰ ਲੱਗਿਆ ਵੀ ਮੇਰੇ 40 ਦਿਨ ਹੋ ਗਏ, ਲੋਕਾਂ ਦਾ ਇਕੱਠ ਹੋਣਾ ਚਾਹੀਦਾ ਸੀ ਬਹੁਤ ਵੱਡਾ ਮੇਰੀ ਪ੍ਰਸ਼ੰਸਾ ਕਰਨ ਲਈ, ਇਹ ਤਾਂ ਕੋਈ ਬੋਲ ਹੀ ਨਹੀਂ ਰਿਹਾ। ਅਤੇ ਜਦੋਂ ਹੀ ਬਾਹਰ ਨਿਕਲਿਆ ਤਾਂ ਬੇਹੋਸ਼ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਕਹਿੰਦੇ ਵੀ ਹੁਣ ਵਜਾਓ ਢੋਲ, ਲਿਆਓ ਹਾਰ। ਜਦੋਂ ਵੱਜਣ ਲੱਗੇ ਦੁਬਾਰੇ ਫਿਰ ਖੜ੍ਹਾ ਹੋ ਗਿਆ। ਕਹਿੰਦੇ ਵੀ ਇਹ ਖੁਰਾਕ ਖਾਂਦਾ ਏ, ਸਾਨੂੰ ਭਗਤੀ ਕਰਕੇ ਵੀ ਮੈਂ ਨਹੀਂ ਭੁੱਖ ਹੈ ਵੀ ਮੇਰਾ ਕੋਈ ਸਨਮਾਨ ਕਰੇ, ਮੇਰੇ ਕੋਈ ਹਾਰ ਪਾਵੇ, ਮੇਰੇ ਭਗਤੀ ਵੱਟੇ। ਮੈਂ ਕਿਸੇ ਲਈ ਨਹੀਂ ਕਰ ਰਿਹਾ। ਮਾਂ ਕਹਿੰਦਾ ਅਸੀਂ ਗੁਰੂ ਘਰ ਕਿਸੇ ਲਈ ਨਹੀਂ ਆਉਂਦੇ, ਅਸੀਂ ਸੇਵਾ ਕਰਨ ਕਿਸੇ ਹੋਰ ਲਈ ਨਹੀਂ, ਮੈਂ ਖੁਦ ਦੀ ਆਪਣੇ ਜੀਵਨ ਨੂੰ ਸਫਲ ਕਰਨ ਦੇ ਲਈ ਉਹ ਕਰਮ ਜੋ ਮੈਨੂੰ ਕਮਾਉਣੇ ਚਾਹੀਦੇ ਨੇ ਇਸ ਦੁਨੀਆ 'ਤੇ ਆ ਕੇ, ਉਸ ਕਰਨ ਲਈ ਗੁਰੂ ਦੀ ਉਹ ਸਮਝ ਸੋਝੀ ਲੈਣ ਲਈ ਮੈਂ ਗੁਰਦੁਆਰੇ ਆਉਂਦਾ। ਮੈਂ ਬਾਣੀ ਤਾਂ ਪੜ੍ਹਦਾ, ਮੈਂ ਤਾਂ ਸੁਣਦਾ, ਤਾਂ ਮੰਨਦਾ, ਤਾਂ ਵਿਚਾਰਦਾ, ਤਾਂ ਕਿ ਮੈਨੂੰ ਇਹ ਜੋ ਸਮਾਂ ਬਖਸ਼ਿਸ਼ ਮਿਲਿਆ ਸਭ ਤੋਂ ਉੱਪਰਲਾ, ਇਹ ਕਿਸੇ ਲੇਖੇ 'ਚ ਲੱਗ ਜਾਵੇ। ਸੋ ਗੁਰਬਾਣੀ ਦੀ ਸ਼ਬਦ ਵਿਚਾਰ ਦੇ ਨਾਲ ਜ਼ਰੂਰ ਸਾਨੂੰ ਜੁੜਨਾ ਚਾਹੀਦਾ ਔਰ ਇਹ ਕਰਮ ਸਾਡੇ ਲਈ ਅਤਿਅੰਤ ਜ਼ਰੂਰੀ ਹੈ। ਇਸ ਤੋਂ ਬਿਨਾਂ ਸਾਡਾ ਕੋਈ ਪਾਰ ਉਤਾਰਾ ਹੀ ਨਹੀਂ ਹੋ ਸਕਦਾ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਇਹ ਬੋਲ ਕਿ ਤੂੰ ਸੁਲਤਾਨ, ਤੂੰ ਤਾਂ ਪਾਤਸ਼ਾਹ, ਕਹਾਂ ਹੋ ਮੀਆਂ, ਮੈਂ ਕੀ ਹਾਂ? ਮੈਂ ਤੈਨੂੰ ਚੌਧਰੀ ਚੌਧਰੀ ਕਹੀ ਜਾਂਦਾ, ਕਿਸੇ ਰਾਜੇ ਨੂੰ ਵਜ਼ੀਰ ਕਹੀ ਜਾਈਏ ਤਾਂ ਉਹ ਗੁੱਸਾ ਕਰੂਗਾ ਵੀ ਹੈ ਰਾਜਾ ਅਤੇ ਤੂੰ ਮੇਰਾ ਅਹੁਦਾ ਹੀ ਕਢਾ ਕੇ ਕਹੀ ਜਾਂਦਾ। ਵੈਸੇ ਤਾਂ ਦੁਨੀਆਦਾਰੀ 'ਚ ਆਪਾਂ ਕੀ ਕਰਦੇ, ਜਦੋਂ ਦੁਨੀਆ ਦੀ ਕਿਸੇ ਨੂੰ ਨਾ ਆਪਾਂ ਵਡਿਆਈ ਦੇਣੀ ਹੋਵੇ ਤਾਂ ਕੀ ਕਹਿੰਦੇ ਹਾਂ, ਸਿਪਾਹੀ ਨੂੰ ਹੌਲਦਾਰ ਕਹਿ ਕੇ ਬੁਲਾਉਂਦੇ ਹਾਂ, ਹੌਲਦਾਰ ਨੂੰ ਥਾਣੇਦਾਰ ਸਾਹਿਬ,
ਮਾਸਟਰ ਨੂੰ, ਹੈਡ ਮਾਸਟਰ ਸਾਹਿਬ, ਵੀ ਗਾਹੀਂ ਕਹਿ ਦਿਓ ਅਗਲਾ, ਤਾਂ ਕਿ ਥੋੜ੍ਹਾ ਜਿਹਾ ਖੁਸ਼ ਹੋ ਜਾਏ। ਸੋ ਮਹਾਰਾਜ ਬਚਨ ਹੈ, ਦੁਨੀਆ ਨਾ ਸਾਲਾਹੇ ਜੋ ਮਰਵੰਜ ਸੀ, ਲੋਕਾਂ ਨਾ ਸਾਲਾਹੇ ਜੋ ਮਰ ਖਾਕ ਥੀ, ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀਏ ਸੱਚਾ ਬੇਪਰਵਾਹ। ਸੋ ਖੁਦ ਦੀ ਵਡਿਆਈ ਕਰਾਉਣ ਦੀ ਭੁੱਖ, ਦੁਨੀਆ ਦੀ ਵਡਿਆਈ ਕਰਕੇ ਆਪਦਾ ਕੋਈ ਲਾਲਚ ਪੂਰਤ ਕਰਨ ਦੀ ਭੁੱਖ, ਇਹ ਛੱਡ ਦੇਣੀ ਚਾਹੀਦੀ ਹੈ। ਕੀ ਵਡਿਆਈ ਕਰਨੀ ਹੈ? ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ, ਅਤੇ ਇਹ ਚਤਰਾਈ ਚਲਾਕੀ ਨਾਲ ਨਹੀਂ ਹੋ ਸਕਦੀ। ਇੱਕ ਉਦਾਹਰਨ ਲੈ ਕੇ ਆਪਾਂ ਸਮਾਪਤੀ ਕਰਦੇ ਹਾਂ, ਕਿਉਂਕਿ ਸਮਾਂ ਹੋ ਗਿਆ। ਭਗਤ ਜੈਦੇਵ ਜੀ ਬੰਗਾਲ ਦੇ ਰਹਿਣ ਵਾਲੇ ਸੀ। ਉਹਦਾ ਪਿੰਡ ਦਾ ਨਾਮ ਹੁੰਦਾ ਕੇਦਾਰਾ। ਸੋ ਉਸ ਨਗਰ ਦੇ ਵਾਸੀ ਸੀਗੇ, ਔਰ ਬਚਪਨ ਵਿੱਚ ਹੀ ਉਹਦੇ ਮਾਤਾ ਪਿਤਾ ਚੜ੍ਹਾਈ ਕਰ ਗਏ। ਘਰੋਂ ਠੀਕ ਸੀ, ਪਰ ਉਸਦੇ ਗੁਆਂਢੀ ਦਾ ਨਾਂ ਇਤਿਹਾਸ ਦੇ ਵਿੱਚ ਆਉਂਦਾ ਨਰਿੰਜਣ। ਉਸਨੇ ਸੋਚਿਆ ਵੀ ਇਹਦੇ ਕੋਲ ਘਰ ਵਧੀਆ ਹੈ, ਇਹਨੂੰ ਪਤਾ ਕੁਛ ਨਹੀਂ ਹੈ, ਅਤੇ ਆਪਾਂ ਜਾ ਕੇ ਇਹਦੇ ਕੋਲ ਇਹ ਕਹੀਏ ਕਿ ਵੀ ਤੇਰੇ ਪਿਤਾ ਨੇ ਮੈਥੋਂ ਕੁਛ ਪੈਸੇ ਲਏ ਸੀ, ਕੁਛ ਕਰਜ਼ਾ ਲਿਆ ਸੀਗਾ, ਅਤੇ ਤੂੰ ਹਜੇ ਕਦੋਂ ਜਵਾਨ ਹੋਵੇਗਾ ਉਹ ਤਾਂ ਬਹੁਤ ਜ਼ਿਆਦਾ ਵੱਧ ਜੂਗਾ। ਜੇ ਤੂੰ ਮੇਰੀ ਇੱਕ ਗੱਲ ਮੰਨੇ ਤਾਂ ਆਹ ਘਰ ਮੇਰੀ ਬਹੀ ਦੇ ਉੱਤੇ ਅੰਗੂਠਾ ਲਾ ਦੇ, ਦਸਤਖਤ ਕਰ ਦੇ, ਮੈਨੂੰ ਦੇ ਦੇ, ਤਾਂ ਕਿ ਤੇਰਾ ਕਰਜ਼ਾ ਉਤਰ ਜੇ। ਉਹ ਭਗਤੀ ਭਾਵ 'ਚ ਪਹਿਲੇ ਜਦੋਂ ਸੀਗਾ ਉਹ ਕਹਿੰਦਾ ਵੀ ਠੀਕ ਹੈ, ਹੋ ਸਕਦਾ ਮੇਰੇ ਪਿਤਾ ਨੇ ਲਿਆ ਹੋਵੇ, ਕਿਉਂਕਿ ਜਿਹਦਾ ਮਨ ਸ਼ੁੱਧ ਹੈ ਉਹਨੂੰ ਇਹ ਲੱਗਦਾ ਵੀ ਸੱਚ ਹੀ ਬੋਲ ਰਿਹਾ, ਮੇਰਾ ਗੁਆਂਢੀ ਹੈ। ਅਤੇ ਉਹਨੇ ਲਿਖ ਦਿੱਤਾ ਵੀ ਠੀਕ ਹੈ ਜੀ, ਜੇ ਇਸ ਤਰ੍ਹਾਂ ਹੈਗਾ ਤਾਂ ਤੁਸੀਂ ਲੈ ਲਓ। ਉਹ ਬੜਾ ਖੁਸ਼ ਹੋਇਆ ਅੰਦਰੋਂ, ਚਲਾਕੀ ਕਰਕੇ, ਚਤਰਾਈ ਕਰਕੇ, ਵੀ ਹਾਂ ਆਪਣਾ ਕੰਮ ਤਾਂ ਬਣ ਗਿਆ, ਵਧੀਆ ਧਨ ਦੌਲਤ ਮਿਲ ਗਿਆ, ਪੂਰਾ ਘਰ ਹੀ ਆਪਾਂ ਨੂੰ ਮਿਲ ਜਾਣਾ। ਪਰ ਕੁਦਰਤ ਹੈ ਜਿਹੜੀ, ਇਹ ਸਾਡੀ ਹਰ ਗੱਲ ਤੋਂ ਜਾਣੂ ਹੈ, ਸਾਡੀ ਹਰ ਚਲਾਕੀ ਦਾ ਉੱਥੇ ਰਿਕਾਰਡ ਹੈ। ਉਸ ਨੂੰ ਪਤਾ ਉਹਦੇ ਕੋਲ ਬਹੁਤ ਵੱਡਾ ਕੈਮਰਾ ਹੈ। ਤਾਂ ਕੁਝ ਸਮੇਂ ਬਾਅਦ ਕੀ ਹੋਇਆ ਕਿ ਉਸਦੇ ਘਰ ਨੂੰ ਅੱਗ ਲੱਗ ਗਈ, ਔਰ ਸਾਰਾ ਵਿੱਚ ਵਹੀ ਹੋਰ ਸਾਰਾ ਕੁਝ ਸੜ ਗਿਆ। ਪਰ ਕਮਾਲ ਦੀ ਗੱਲ ਇਹ ਹੈ ਵੀ ਜੈਦੇਵ ਜਿਹੜਾ ਭਗਤ ਬਿਰਤੀ ਦਾ, ਜਿਨ੍ਹਾਂ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਵੀ ਹੈ, ਉਹ ਸਭ ਤੋਂ ਵੱਧ ਪਾਣੀ ਦੀਆਂ ਬਾਲਟੀਆਂ ਉਹਦੇ ਉੱਤੇ ਮਾਰ ਰਿਹਾ ਅੱਗ ਬੁਝਾਉਣ ਵਾਸਤੇ। ਹੁਣ ਉਹ ਤਾਂ ਘਰ ਸੜ ਗਿਆ, ਪਰ ਉਸ ਵਿਅਕਤੀ ਦਾ ਦੇਖ ਕੇ ਅੰਦਰਲਾ ਜਾਗ ਪਿਆ ਵੀ ਮੈਂ ਇਹਦੇ ਨਾਲ ਕੀ ਕੀਤਾ ਸੀ ਅਤੇ ਇਹ ਕੀ ਕਰ ਰਿਹਾ। ਮੈਂ ਤਾਂ ਇਹਦੇ ਨਾਲ ਧੋਖਾ ਕੀਤਾ ਸੀ, ਪਰ ਇਹ ਮੇਰੇ ਘਰ ਦੀ ਅੱਗ ਬੁਝਾਉਣ 'ਚ ਸਭ ਤੋਂ ਮੂਹਰੇ ਵੱਧ ਯਤਨ ਇਹ ਕਰ ਰਿਹਾ। ਤਾਂ ਫਿਰ ਉਸਨੇ ਮੰਨਿਆ ਕਿ ਵੀ ਮੈਂ ਤੇਰੇ ਨਾਲ ਧੋਖਾ ਕੀਤਾ ਸੀ, ਅਸਲ 'ਚ ਮੈਂ ਕੋਈ ਪੈਸਾ ਨਹੀਂ ਸੀ ਲੈਣਾ, ਅਤੇ ਇਹ ਹਾਲਤ ਮੇਰੀ ਤਾਂ ਬਣ ਗਈ, ਮੈਂ ਇੱਕ ਭਗਤ ਨਾਲ, ਇੱਕ ਦਰਵੇਸ਼ ਨਾਲ ਧੋਖਾ ਕਰਨ, ਚਲਾਕੀ ਨਾਲ ਕੀਤਾ ਸੀਗਾ, ਪਰ ਮੇਰੇ ਕੋਲ ਕੁਛ ਵੀ ਨਹੀਂ ਹੋ ਰਿਹਾ। ਸੋ ਪਰ ਭਾਵੇਂ ਦੀ ਉਹ ਘਰ ਚਲਾ ਗਿਆ, ਪਰ ਮੇਰਾ ਅੰਦਰਲਾ ਜਾਗ ਪਿਆ ਕਿ ਹੁਣ ਮੈਂ ਕਿਸੇ ਨੂੰ ਧੋਖਾ ਨਹੀਂ ਕਰੂੰਗਾ, ਕਿਸੇ ਨਾਲ ਲਾਲਚ, ਠੱਗੀ, ਫਰੇਬ ਨਹੀਂ ਕਰੂੰਗਾ। ਸੋ ਜੇ ਸਤਿਗੁਰੂ ਦੀ ਬਾਣੀ ਪੜ੍ਹਾਂਗੇ ਤਾਂ ਜੀਵਨ ਸੰਵਰਨਾ, ਕਿਉਂਕਿ ਸਮੁੱਚੀ ਬਾਣੀ ਜੀਵਨ ਜਾਚ ਹੈ, ਕਿਵੇਂ ਜਿਉਣਾ ਹੈ। ਹਰ ਗੱਲ ਦੁਨੀਆ ਦੇ ਵਿੱਚ ਅਸੀਂ ਸਿੱਖਦੇ ਹਾਂ। ਸਾਈਕਲ ਚਲਾਉਣਾ ਵੀ ਸਿੱਖਣਾ ਹੈ, ਕਾਰ ਚਲਾਉਣੀ ਵੀ ਸਿੱਖਣੀ ਹੈ, ਵਪਾਰ ਕਰਨਾ ਵੀ ਸਿੱਖਣਾ ਹੈ, ਪਰ ਕੋਈ ਵੀ ਕੰਮ ਹੈ ਅਸੀਂ ਕੋਈ ਨਾ ਕੋਈ ਆਪਦਾ ਉਸਤਾਦ ਧਾਰਨ ਕਰਦੇ ਹਾਂ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਬਾਰੇ ਸਾਨੂੰ ਬਿਲਕੁਲ ਹੀ ਨਹੀਂ ਪਤਾ, ਉਦੋਂ ਅਸੀਂ ਮੰਨਦੇ ਹਾਂ। ਗੁਰੂ ਧਾਰਨ ਦੀ ਲੋੜ ਹੀ ਨਹੀਂ ਮੰਨਦੇ ਕਿ ਵੀ ਮੈਨੂੰ ਤਾਂ ਲੋੜ, ਮੈਂ ਠੀਕ ਹਾਂ ਜੀ ਬਸ। ਵੀ ਭਲਿਆ ਜਦੋਂ ਤੂੰ ਸਾਰੀ ਦੁਨੀਆ ਦਾ ਕੁਛ ਵੀ ਕੰਮ ਸਿੱਖਣ ਦੇ ਲਈ ਕਿਸੇ ਦੀ ਹੈਲਪ ਲੈਣਾ ਹੈ, ਫਿਰ ਇਸ ਭਵ ਜਲ ਸੰਸਾਰ ਸਾਗਰ ਤੋਂ ਤਰਨ ਲਈ ਤੂੰ ਕਿਉਂ ਨਹੀਂ ਗੁਰੂ ਨੂੰ ਅਗਵਾਈ ਦੇ ਥੱਲੇ ਆਉਂਦਾ? ਉਸ ਨੂੰ ਕਿਉਂ ਨਹੀਂ ਉਸਤਾਦ ਮੰਨਦਾ ਵੀ ਦੱਸੋ ਗੁਰੂ ਮਹਾਰਾਜ ਮੈਂ ਕਿਵੇਂ ਇੱਥੋਂ ਪਾਰ ਉਤਾਰਾ ਹੋਊਗਾ ਮੇਰਾ। ਸਰੰਜਾਮ ਲਾਗ ਭਵ ਜਲ ਤਰਨ ਕੇ, ਜਨ ਬਿਰਥਾ ਜਾਤ ਰੰਗ ਮਾਇਆ ਕੇ, ਰੋਜ਼ ਪੜ੍ਹੀ ਜਾਂਦੇ। ਪਰ ਜਦੋਂ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ, ਕਿਰਪਾ ਹੁੰਦੀ ਹੈ, ਤਾਂ ਆਪਾਂ ਉਹਦੀ ਸ਼ਰਨ ਦੇ ਵਿੱਚ ਆਉਂਦੇ ਹਾਂ, ਤਾਂ ਗੁਰੂ ਅਗਵਾਈ ਕਰਦਾ ਵੀ ਜਿਵੇਂ ਮੈਂ ਕਹਿਣਾ, ਮੈਂ ਗਰੰਟੀ ਦਿੰਦਾ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸਕਾ ਹੋਏ, ਉਹਦਾ ਪੱਕੀ ਗਰੰਟੀ ਹੈ। ਖਾਣਾ ਕਿਵੇਂ? ਇਹ ਭੋਜਨ ਕੰਨਾਂ ਨਾਲ ਛਕਣਾ ਹੈ। ਸਰੀਰਕ ਫਿਜ਼ੀਕਲੀ ਫਿਟਨੈਸ ਦੇ ਲਈ ਅਸੀਂ ਮੁੱਖ ਰਾਹੀਂ ਭੋਜਨ ਛਕਦੇ ਹਾਂ, ਇਹਦੇ ਦੁਆਰਾ ਕੰਨ ਨੇ। ਸਭ ਤੋਂ ਔਖਾ ਕੰਮ ਹੈ ਸੁਣਨਾ। ਸੁਣਾਉਣ ਵਾਲਾ 2 ਘੰਟੇ ਬੋਲੀ ਜਾਂਦਾ, ਉਹਦੀ ਵੀ ਬਿਰਤੀ ਕਈ ਵਾਰੀ ਮਾਫ ਕਰਨਾ ਮੰਗਲਾ ਸੰਗਤ ਤੋਂ ਸ਼ੁੱਧ ਨਹੀਂ ਹੁੰਦੀ, ਮਾਇਆ ਕਾਰਨ, ਜਾਂ ਕੋਈ ਰੋਟੀਆਂ ਤਾਲ ਪੂਰਨ ਵਾਲੀ ਹੁੰਦੀ ਹੈ। ਸੋ ਉੱਥੇ ਉਹਦਾ ਵੀ ਰਸ ਨਹੀਂ ਬਣਦਾ। ਸੋ ਗੁਰੂ ਮਹਾਰਾਜ ਕੀ ਬਖਸ਼ਿਸ਼ ਕਰਦੇ ਨੇ, ਉਹ ਕਈ ਵਾਰੀ ਖੁਦ ਦੀ ਵਡਿਆਈ ਕਰੀ ਜਾਂਦਾ, ਮਾਫ ਕਰਨਾ। ਤੁਸੀਂ ਦੇਖਿਆ ਹੋਊਗਾ, ਜਾਣਦੇ ਹੋ ਸਮਾਗਮਾਂ ਦੇ ਸਾਰੇ ਵੀਰ ਭੈਣਾਂ, ਭਾਈ ਸਾਹਿਬ ਜੋ ਇਹਨਾਂ ਦੀ ਡਿਊਟੀ ਲਾਈ ਸੀ ਪਰਮਾਤਮਾ ਦੀ ਵਡਿਆਈ ਖੁਦ ਕਰਨੀ ਅਤੇ ਕਰਵਾਉਣ ਦੇ ਲਈ ਜੋ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਉਹ ਸਮਝਾਉਣੀ, ਉਹ ਭਾਈ ਸਾਹਿਬ ਦੀ ਕਰਨ ਲੱਗ ਗਿਆ, ਘਰਦਿਆਂ ਦੀ ਕਰਨ ਲੱਗ ਗਿਆ।
10 ਨੂੰ ਮੌਕਾ ਮਿਲਿਆ, ਤੁਹਾਨੂੰ ਵੀ ਮਿਲਦਾ ਹੋਊਗਾ। ਇੱਕ ਵਾਰੀ ਮੈਨੂੰ ਬੜਾ ਔਖਾ ਹੋਇਆ ਬੈਠਣਾ, ਤੇ ਜਿਉਂ ਲੱਗਿਆ ਭਾਈ ਸਾਹਿਬ ਕਰਨ ਜੀ ਇਹ ਨੇ ਜੀ ਇਹ ਨੇ, ਮੈਂ ਭਾਈ ਸਾਹਿਬ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਸੁਣਾ ਦਿਓ, ਕੋਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਤੁਤੀ ਦੀ ਗੱਲ ਸੁਣਾਓ। ਤੁਸੀਂ ਤਾਂ ਇਹਨਾਂ ਦੀ ਕਰਨ ਲੱਗੇ, ਤੁਸੀਂ ਇਹਨਾਂ ਦੀ ਕਰਨ ਵਾਸਤੇ ਆਏ ਹੋ। ਉਹ ਅਲੱਗ ਜਗ੍ਹਾ 'ਤੇ ਕੀਤੀ ਜਾ ਸਕਦੀ ਹੈ, ਬਾਹਰ ਸਟੇਜ ਲਾ ਕੇ ਕਿਸੇ ਦੀ ਕਰਨੀ, ਜੋ ਮਰਜ਼ੀ ਕਰੋ, ਮਾਫ਼ ਕਰਨਾ ਕੋਈ ਗਲਤੀ ਨਹੀਂ ਹੈ, ਅਗਲੇ 'ਚ ਯੋਗਤਾ ਨਹੀਂ ਹੈ, ਉਹ ਤੁਹਾਡਾ ਕਰਮ ਹੈ। ਪਰ ਜਦੋਂ ਗੁਰੂ ਮਹਾਰਾਜ ਦੇ ਦਰਬਾਰ 'ਚ ਇੱਥੇ ਕੋਈ ਹੋਰ ਊਹਾਂ ਜਪਿਆ ਕੇਵਲ ਨਾਮ, ਇੱਥੇ ਇਕੱਲੀ ਗੁਰੂ ਦੀ ਸਤੁਤੀ ਤੋਂ ਬਿਨਾਂ ਕੋਈ ਹੋਰ ਗੱਲ ਆਉਣੀ ਹੀ ਨਹੀਂ ਚਾਹੀਦੀ। ਪਰ ਇੰਨੀ ਪ੍ਰਚਾਰ ਦੀ ਘਾਟ ਹੋ ਗਈ, ਖਾਸ ਕਰਕੇ ਸਾਡਾ ਇਸ ਏਰੀਏ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਭੋਗ ਹੋ ਗਿਆ, ਅੰਤਮ ਅਰਦਾਸ ਹੋ ਗਈ, ਮਗਰੋਂ ਮੈਕ ਲਾ ਕੇ ਗੁਰੂ ਦਰਬਾਰ 'ਚ ਸ਼ੁਰੂ ਕਰਤਾ। ਸੋ ਹੁਣ ਕੀ ਰਹਿ ਗਿਆ ਵੀ ਕੀ ਸਿੱਖਿਆ ਬਾਕੀ ਰਹਿ ਗਈ? ਗੁਰੂ ਦਾ ਹੁਕਮ ਵੀ ਹੋ ਗਿਆ, ਸਭ ਕੁਝ ਹੋ ਗਿਆ, ਫਿਰ ਉਹਨਾਂ ਨੇ ਸ਼ੁਰੂ ਕਰਤਾ। ਕੋਈ ਰੋਕਦਾ ਨਹੀਂ, ਕੋਈ ਟੋਕਦਾ ਨਹੀਂ ਹੈ, ਸਭ ਕੁਝ ਚੱਲੀ ਜਾ ਰਿਹਾ। ਸੋ ਇਸ ਤਰ੍ਹਾਂ ਨਹੀਂ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਹੈ। ਇੱਥੇ ਕੀਤੀ ਕੋਈ ਵੀ ਅਵੱਗਿਆ ਬਹੁਤ ਵੱਡਾ ਪਾਪ ਕਰਮ ਹੈ, ਮਾਫ਼ ਕਰਨਾ। ਸਾਨੂੰ ਇੱਥੇ ਬਹੁਤ ਜ਼ਿਆਦਾ, ਕਿਉਂਕਿ ਮਹਾਰਾਜ ਵਚਨ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰਚਿਤ। ਹੁਣ ਸਾਵਧਾਨੀ ਕੀ ਹੈ ਕਿ ਇੱਥੇ ਕੋਈ ਨਿੰਦਿਆ ਨਹੀਂ। ਕਈ ਵਾਰੀ ਬੋਲੀ ਜਾਂਦੇ ਆਪਾਂ, ਮਾਫ਼ ਕਰਨਾ, ਇਕੱਠ ਹੋਇਆ, ਭੈਣਾਂ ਵੀਰ ਖੁਦ ਹੀ ਗੱਲਾਂ ਕਰੀ ਜਾਂਦੇ ਆ, ਕੋਈ ਮੋਬਾਈਲ ਸੁਣੀ ਜਾ, ਕੁਛ ਕਰੀ ਜਾ ਰਿਹਾ, ਕੋਈ ਹੁਕਮਨਾਮੇ ਦੀ ਪਰਵਾਹ ਨਹੀਂ ਕਰ ਰਿਹਾ, ਕੋਈ ਅਰਦਾਸ 'ਚ ਤੁਰਿਆ ਫਿਰਦਾ, ਕੋਈ ਕਿਵੇਂ, ਕੋਈ ਜਰਾਬਾਂ ਨਹੀਂ ਲਾਉਂਦਾ ਪੈਰ, ਕੋਈ ਨਾ ਬਾਹਰਲੀ ਮਰਿਆਦਾ, ਅੰਦਰਲੀ ਤਾਂ ਬਾਅਦ 'ਚ ਹੀ ਆਉਣੀ ਆ। ਸੋ ਇੱਕ ਇਹ ਕੋਈ ਖੇਲ ਨਹੀਂ ਹੈ, ਲੋਕਾਂ ਨੂੰ ਆਰਾਮ ਖਿਲਾਉਣਾ ਜਾਣਾ, ਇਹ ਕੋਈ ਉਹ ਦੁਨਿਆਵੀ ਗੀਤ ਨਹੀਂ ਹੈ। ਇਹ ਉਹ ਸਤਿਗੁਰਾਂ ਦਾ ਧੁਰ ਦਾ ਬਖਸ਼ਿਸ਼ ਕੀਤਾ ਸਾਡੇ ਲਈ ਖਜ਼ਾਨਾ ਹੈ, ਜਿਸ ਨਾਲ ਸਾਨੂੰ ਜੀਵਨ ਜਾਚ ਆਉਣੀ ਹੈ, ਜਿਸ ਨਾਲ ਸਾਡਾ ਇਹ ਜਨਮ ਸਫਲ ਹੋ ਜਾਣਾ, ਇਹ ਲੋਕ ਸੁਖੀਆ ਪਰਲੋਕ ਸਹੇਲਾ ਹੋਣਾ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। 795 ਅੰਕ 'ਤੇ ਸੁਸ਼ੋਭਿਤ ਜੋ ਸ਼ਬਦ ਦੀ ਵਿਚਾਰ ਨਾਲ ਆਪਾਂ ਸਾਂਝ ਬਣਾਉਣ ਦਾ ਯਤਨ ਕੀਤਾ। ਸੋ ਸ਼ਬਦ ਨਾਲ ਸਾਂਝ ਬਣਾਉਣ ਦੇ ਯਤਨ ਕਰਦਿਆਂ ਅਨੇਕਾਂ ਭੁੱਲਾਂ ਆਉਂਦੀਆਂ ਨੇ, ਕਿਉਂਕਿ ਜੋ ਸਾਡੀ ਮੱਤ ਹੈ ਉਹ ਪੂਰੀ ਨਹੀਂ ਹੈ। ਸਤਿਗੁਰੂ ਜੋ ਸਾਡੇ 'ਤੇ ਮਿਹਰ ਕਰਕੇ, ਬਖਸ਼ਿਸ਼ ਕਰਕੇ ਜਿੰਨੀ ਕੁ ਸੁਰਤ ਕਿਸੇ ਸਿੱਖ ਦੀ ਉੱਪਰ ਲਿਜਾਂਦੇ ਨੇ, ਓਨਾ ਕਿ ਉਹ ਬੋਲ ਸਕਦਾ, ਉਦੋਂ ਅੱਗੇ ਨਹੀਂ ਚੱਲ ਸਕਦਾ। ਸੋ ਉਹਦੀ ਰਹਿਮਤ ਸਦਕਾ ਸ਼ਬਦ ਵਿਚਾਰ ਗੁਰੂ ਦੀ ਗੋਦ 'ਚ ਬੈਠਣ ਦਾ ਮੌਕਾ ਮਿਲਦਾ। ਭਾਗਾਂ ਵਾਲੇ ਨੇ ਉਹ ਜੀਵ ਜੋ ਅੰਮ੍ਰਿਤ ਵੇਲੇ ਇੱਥੇ ਸਤਿਗੁਰੂ ਆਪਣੀ ਗੋਦ 'ਚ, ਉਹ ਤਾਂ ਰੋਜ਼ ਸੱਦਾ ਦਿੰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਪਰ ਅਸੀਂ ਆਉਂਦੇ ਹੀ ਨਹੀਂ। ਕਿਸੇ ਹੋਰ ਦੁਨਿਆਵੀ ਨੇ ਸੱਦਾ ਦਿੱਤਾ ਹੋਵੇ, ਭਾਈ 4 ਵਜੇ ਆਏ ਜੀ, ਉੱਥੇ 4 ਵਜੇ ਜਾ ਖੜਾਂਗੇ। ਅਤੇ ਗੁਰੂ ਸਾਹਿਬ ਕਹਿੰਦੇ ਵੀ ਇੱਥੇ ਆ ਜਾ ਕਰ ਭਾਈ, ਮੈਂ ਵੀ ਕਹਿੰਦਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਇੱਥੇ ਕਿਉਂ ਨਹੀਂ ਆਉਂਦਾ? ਇਹ ਸੱਦਾ ਨਹੀਂ ਜੀ ਮੰਨਦਾ, ਕਹਿੰਦਾ ਜੀ ਨਹੀਂ ਮੈਂ ਨਹੀਂ ਇੱਥੇ ਆਉਂਦਾ, ਜਦੋਂ ਫਿਰ ਟਾਈਮ ਲੱਗਾ ਕਿਤੇ ਫਿਰ ਆ ਜਾਊਗਾ। ਸੋ ਗੁਰੂ ਮਹਾਰਾਜ ਰਹਿਮਤ ਕਰਨ, ਕਿਰਪਾ ਕਰਨ। ਸਾਨੂੰ ਗੁਰੂ ਦੀਆਂ ਗੱਲਾਂ ਮੰਨਣੀਆਂ ਚਾਹੀਦੀਆਂ ਨੇ, ਜੋ ਉਪਦੇਸ਼ ਨੇ ਉਹ ਸਾਡੇ ਲਈ ਨੇ, ਜੋ ਇਹ ਸਾਰੀ ਸਿੱਖਿਆ ਸਾਡੇ ਸਮੂਹ ਸੰਸਾਰ ਲਈ ਹੈ। ਔਰ ਗੁਰਸਿੱਖ ਦਾ ਫਰਜ਼ ਬਣਦਾ ਕਿ ਖੁਦ ਵੀ ਮਹਾਰਾਜ ਦੇ ਅੱਗੇ ਆਤਮ ਸਮਰਪਣ ਕਰਕੇ ਉਹ ਜੀਵਨ ਜਾਚ ਸਿੱਖਣੀ ਹੈ। ਆਪ ਜਪੋ ਆਪ ਰਹਿ ਨਾਮ ਜਪਾਵੋ, ਦੂਸਰਿਆਂ ਦੇ ਲਈ ਵੀ ਇੱਕ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਨੀ ਹੈ, ਜਿੰਨੀ ਕੁ ਸਮਝ ਦਿੱਤੀ ਹੈ। ਹਰ ਸਿੱਖ ਦਾ ਇਹ ਫਰਜ਼ ਹੈ, ਪਰ ਅਸੀਂ ਬੜੀ ਵੱਡੇ ਪੱਧਰ 'ਤੇ ਤੋਂ ਪਛੜ ਗਏ ਹਾਂ। ਧਰਮ ਪ੍ਰਚਾਰ ਦਾ ਜੋ ਕੰਮ ਹੈ ਸਾਰਾ ਖਾਲੀ ਪਿਆ। ਸੋ ਸਿੱਖ ਮੱਤ ਦਾ ਜੋ ਫਲਸਫਾ ਹੈ ਉਹ ਅਸੀਂ ਫੈਲਾਉਣ ਦੇ ਵਿੱਚ, ਮਾਫ਼ ਕਰਨਾ, ਬਹੁਤ ਪਿਛੜ ਚੁੱਕੇ ਹਾਂ। ਅਗਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਕੁਝ ਸਮੇਂ ਬਾਅਦ ਇਹ ਹੋਰ ਵੀ ਗਿਰਾਵਟ ਵੱਲ ਨੂੰ ਗੱਲ ਜਾ ਸਕਦੀ ਹੈ। ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਕਿਉਂਕਿ ਸਾਰਾ ਮੈਦਾਨ ਖਾਲੀ ਹੈ, ਕਿਤੇ ਕੋਈ ਸੰਗਤ ਨਹੀਂ ਹੈ। ਗੁਰਦੁਆਰੇ ਵੱਡੇ ਵੱਡੇ ਬਣੇ ਹੋਏ ਨੇ, ਕੋਈ ਸ਼ਬਦ ਵਿਚਾਰ ਨਹੀਂ ਹੈ, ਕੋਈ ਕੁਛ ਨਹੀਂ ਹੈ, ਬਸ ਮੱਥਾ ਟੇਕਿਆ ਜੀ, ਖਿੱਲਾਂ ਦਾ ਪ੍ਰਸ਼ਾਦ ਲਿਆ ਅਤੇ ਚਲੋ ਜੀ। ਪ੍ਰਸ਼ਾਦ 2 ਤਰ੍ਹਾਂ ਦਾ ਹੈ, ਪ੍ਰਸ਼ਾਦ ਤੁਸੀਂ ਡਿਊਟੀ ਲਾ ਲਓ, ਕੀ ਮਹਾਰਾਜ ਨੇ ਸਾਨੂੰ ਘਾਟਾ ਦਿੱਤਾ? ਕੁਛ ਵੀ ਨਹੀਂ ਹੈ। ਨਹੀਂ ਇਸ ਤਰ੍ਹਾਂ ਦਾ ਕੋਈ ਹੈ ਤਾਂ ਇੱਕ ਵਿਅਕਤੀ ਇੱਕ ਦਿਨ ਹੀ ਆਉਂਦਾ ਮਹੀਨੇ 'ਚ, ਉਹ ਵੀ ਬਣਾਉਣ ਤੋਂ ਘੋਲ ਵੀ ਸਿੱਧਾ ਚੱਲੋ ਜੀ, ਉਹ ਤਾਂ ਪ੍ਰਸ਼ਾਦ ਹੈ ਹੀ ਨਹੀਂ ਹੈ, ਉਹ ਵੀ ਮਿਲੀ ਜਾਣਾ। ਉਹ ਸਾਰਾ ਕੁਛ ਬਦਲਿਆ ਗਿਆ, ਸਭ ਬ੍ਰਾਹਮਣੀ ਸੋਚ, ਸਭ ਕੁਛ ਜੋ ਚੱਲ ਰਿਹਾ ਸੀ ਪੂਰੀ ਤਰ੍ਹਾਂ ਰਲ ਗੱਡ ਕਰ ਦਿੱਤਾ ਗਿਆ। ਸੋ ਮਹਾਰਾਜ ਬਖਸ਼ਿਸ਼ ਕਰਨ, ਕਿਰਪਾ ਕਰਨ। ਔਰ ਇਹ ਸਾਡੇ ਲਈ ਬਹੁਤ ਹੀ, ਇਹ ਜੋ ਗੱਲ ਹੈ ਇੱਕ ਹਾਸੋਹੀਣੀ ਬਣ ਚੁੱਕੀ ਹੈ ਕਿ ਜਦੋਂ ਕੋਈ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦਾ, ਉਹ ਕਹਿੰਦਾ ਵੀ ਤੁਸੀਂ ਵੀ ਤਾਂ ਉਹ ਵੀ ਕਰਦੇ ਹੋ। ਮੈਂ ਵੀ ਕਿਵੇਂ? ਕਹਿੰਦੇ ਜੀ ਅਸੀਂ ਜੇ ਕਿਤੇ ਮੱਥਾ ਟੇਕ ਕੇ ਆਉਂਦੇ ਹਾਂ, ਮੈਂ ਕਿਹਾ ਵੀ ਬੋਲਦਾ ਨਹੀਂ ਹੈ, ਉਹ ਕੋਈ ਮੂਰਤ ਹੈ, ਅਸੀਂ ਮੱਥਾ ਟੇਕ ਦਿੱਤਾ, ਠੀਕ ਹੈ, ਸਤਿਕਾਰਯੋਗ ਹੈ। ਕਹਿੰਦੇ ਤੁਸੀਂ ਵੀ ਇਹ ਕਰਦੇ ਹੋ। ਮੈਂ ਕਿਉਂ? ਕਹਿੰਦੇ ਤੁਸੀਂ ਕਿਹੜਾ ਬੋਲਦੇ ਹੋ, ਰੁਮਾਲੇ ਦੇ ਦੇ ਬਸ, ਠੀਕ ਹੈ, ਮਾੜਾ ਮੋਟਾ ਆਪਦਾ ਕੋਈ ਸ਼ਾਮਲ ਹੋ ਗਿਆ ਨਾ। ਕਿਸੇ ਨੇ ਹੁਕਮਨਾਮੇ ਦਾ ਬੋਰਡ ਨਹੀਂ ਕਿਸੇ ਗੁਰਦੁਆਰੇ 'ਚ ਲਾਇਆ ਵੀ ਅੱਜ ਦਾ ਕੀ ਹੁਕਮ ਹੈ, ਕੋਈ ਪੜ੍ਹੇ ਲਵੇ, ਕੋਈ ਕਿਸੇ ਨੇ ਪੜ੍ਹ ਕੇ ਨਹੀਂ ਸੁਣਾਉਣਾ। ਜੇ ਭਾਈ ਸਾਹਿਬ ਪੜ੍ਹ ਵੀ ਰਹੇ ਨੇ ਤਾਂ ਮੂੰਹ 'ਚ ਹੀ ਪੜ੍ਹੀ ਜਾਂਦੇ ਨੇ, ਮਾਫ਼ ਕਰਨਾ।
ਵੀ ਸੰਗਤ ਬੈਠੇ ਥੋੜ੍ਹਾ ਉਚਾਰ ਦਿਓ ਤਾਂ ਕਿ ਕੰਨ 'ਚ ਗੱਲ ਪੈ ਜਾਏ ਕੋਈ, ਉਹਦਾ ਤਾਂ ਕੋਈ ਫਾਇਦਾ ਹੀ ਨਹੀਂ ਹੋਣਾ। ਮੂੰਹ 'ਚ ਬੜੇ ਦਾ ਕੀ ਫਾਇਦਾ, ਇਕੱਲੇ ਨੂੰ ਮੈਨੂੰ ਲਾਭ ਹੋ ਸਕਦਾ, ਸੰਗਤ ਨੂੰ ਤਾਂ ਕੋਈ ਲਾਭ ਨਹੀਂ ਹੈ। ਸੋ ਇਸ ਤਰ੍ਹਾਂ ਦੀਆਂ ਘਾਟਾਂ ਸਾਡੇ ਵਿੱਚ ਬਹੁਤ ਸਾਰੀਆਂ ਆ ਚੁੱਕੀਆਂ ਨੇ ਅਤੇ ਉਹਦਾ ਕੋਈ ਫਾਇਦਾ ਨਹੀਂ। ਇੱਕੋ ਹੀ ਗੱਲ ਨਾਲ ਮੈਂ ਸਮਾਪਤੀ ਕਰਦਾ। ਸੋ ਬਹੁਤ ਹੀ ਸਤਿਕਾਰਯੋਗ ਵੀਰ ਬੈਠੇ ਨੇ, ਭੈਣਾਂ ਬੈਠੀਆਂ ਨੇ, ਕਿ ਸਾਡੀ ਜਿਹੜੀ ਡਿਊਟੀ ਹੈ ਨਾ ਉਹ ਹੈ ਬਾਣੀ ਸੁਣਨ ਦੀ, ਪੜ੍ਹਨ ਦੀ, ਸੁਣਾਉਣ ਦੀ, ਆਪ ਪੜ੍ਹਨ ਦੀ। ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗ ਹੈ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਸੋ ਕਿਉਂ ਬਿਰਥਾ ਚੱਲਿਆ ਜਾਂਦਾ? ਕੀ ਕਾਰਨ ਕੀ ਹੈ? ਕਾਰਨ ਇਹ ਹੈ ਕਿ ਅਸੀਂ ਡਿਊਟੀ ਦੇਖੋ ਕਿਵੇਂ ਲਾਈ ਹੈ। ਦਾਸ ਨੂੰ ਮੈਂ ਇੱਕ ਨਿੱਜੀ ਗੱਲ ਮੇਰੇ ਚੇਤੇ 'ਚ ਆ ਗਈ। ਮੁਹਾਲੀ ਮੈਂ ਰਹਿੰਦਾ, ਉੱਥੇ ਅਖੰਡ ਪਾਠ ਸਾਹਿਬ ਪ੍ਰਕਾਸ਼ ਸੀਗੇ ਕੋਈ ਬਾਹਰਲੇ ਵਿਅਕਤੀ ਦੇ, ਆਪ ਹੈ ਨਹੀਂ ਸੀ ਭਾਈ ਸਾਹਿਬ। 2-3 ਨੌਜਵਾਨਾਂ ਦੀ ਡਿਊਟੀ ਲਾਈ ਹੋਈ ਸੀ ਉਹਨੇ ਵੀ ਤੁਸੀਂ ਅਖੰਡ ਪਾਠ ਸਾਹਿਬ ਪ੍ਰਕਾਸ਼ ਆ ਫਲੈਟ 'ਤੇ ਇੰਨੇ ਉੱਪਰ, ਅਤੇ ਤੁਸੀਂ ਇੱਥੇ ਜੋ ਬਾਬੇ ਨੇ ਉਹਨਾਂ ਦੀ ਸੇਵਾ ਕਰਨੀ ਹੈ ਜਾਂ ਜੋ ਵੀ ਲੋੜ ਹੈ ਕਰਨੀ ਹੈ। ਤਿੰਨੇ ਕੋਈ ਵੀ ਕਿੱਸਾਧਾਰੀ ਨਹੀਂ ਸੀ ਉਹਨਾਂ 'ਚੋਂ। ਉਹ ਜੋ ਭਾਈ ਸਾਹਿਬ ਵਜ਼ੀਰ ਸੀਗੇ ਉੱਥੋਂ ਗੁਰਦੁਆਰੇ ਦੇ, ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਸ਼ੁਰੂ ਕੀਤਾ ਸੀਗਾ, ਉਹਨਾਂ ਨੂੰ ਕੋਈ ਕੰਮ ਹੋ ਗਿਆ 2 ਤੋਂ 4 ਵਜੇ ਵਾਲੀ ਰੌਲ 'ਚ। ਚਲੋ ਮੇਰੇ ਨਾਲ ਸੀ ਉਹਨਾਂ ਦਾ ਥੋੜ੍ਹਾ ਬਹੁਤ ਸਾਂਝ, ਮੈਨੂੰ ਕਹਿਣ ਲੱਗੇ ਮਾਸਟਰ ਤੁਸੀਂ ਇਹ ਕਰੋ ਵੀ ਮੈਨੂੰ ਤਾਂ ਹੋ ਗਿਆ ਕੰਮ ਬਹੁਤ ਜ਼ਰੂਰੀ, ਅਤੇ ਤੁਸੀਂ 2 ਤੋਂ 4 ਵਾਲੀ ਰੌਲ ਲਾ ਕੇ ਆਓ ਫਲਾਣੇ ਫਲੈਟ 'ਚ। ਮੈਂ ਵੀ ਠੀਕ ਹੈ ਚਲੋ ਜੋ ਤੁਹਾਡਾ ਹੁਕਮ ਹੈ। ਮੈਂ ਚਲਾ ਗਿਆ, ਲੱਭਿਆ ਉੱਪਰ 3 ਬੱਚੇ ਮੋਬਾਈਲ ਦੇਖ ਰਹੇ ਸੀ ਅਤੇ ਭਾਈ ਸਾਹਿਬ ਪਾਠ ਕਰ ਰਹੇ ਸੀਗੇ ਮੂੰਹ ਦੇ ਵਿੱਚ। ਅਤੇ ਉਹਨਾਂ ਨੂੰ ਇਹ ਸਿਖਾਇਆ ਗਿਆ ਸੀਗਾ ਵੀ ਇਹ ਕਰਨਾ ਵੀ ਬਾਬਾ ਸੌ ਨਾ ਜਾਵੇ, ਜਿਹੜਾ ਪੜ੍ਹਦਾ ਨਾ ਤੁਹਾਡੀ ਡਿਊਟੀ ਹੈ ਵੀ ਉਹਦੀ ਅੱਖ ਨਾ ਲੱਗ ਜੇ। ਮੈਂ ਸ਼ੁਰੂ ਕਰਤਾ ਬੋਲਣਾ ਅਤੇ ਉਹਨਾਂ ਦਾ ਕੋਈ ਧਿਆਨ ਹੀ ਨਹੀਂ ਸੀਗਾ, ਕਿਉਂਕਿ ਉਹ ਤਾਂ ਆਪਦਾ ਮੋਬਾਈਲ ਦੇਖੀ ਜਾ ਰਹੀ ਸੀਗੇ। ਮੈਂ ਕਿਹਾ ਵੀ ਇਹਨਾਂ ਦਾ ਤਾਂ ਧਿਆਨ ਹੈ ਨਹੀਂ, ਮੈਂ ਕਿਉਂ ਆਪਦਾ ਚਲੋ ਉੱਚੀ ਆਵਾਜ਼ 'ਚ ਰੌਲਾ ਪਾਇਆ। ਸੋ ਮੈਂ ਖੁਦ ਹੀ ਮੈਂ ਵੀ ਬੰਦ ਚੁੱਪ ਕਰਕੇ ਸ਼ੁਰੂ ਕਰ ਦਿੱਤਾ। ਇੱਕ ਆਇਆ 5 ਮਿੰਟ ਬਾਅਦ ਉੱਠ ਕੇ ਮੇਰੇ ਕੰਨ 'ਚ ਕਹਿੰਦਾ ਬਾਬਾ ਜੀ। ਮੈਂ ਹਾਂਜੀ। ਕਹਿੰਦੇ ਜੀ ਬੋਲ ਕੇ ਪੜ੍ਹੋ, ਬੋਲੋ। ਮੈਂ ਕਿਹਾ ਵੀ ਠੀਕ ਹੈ, ਮੈਂ ਤਾਂ ਬੋਲ ਹੀ ਰਿਹਾ ਸੀਗਾ। ਫਿਰ ਮੈਂ ਬੋਲਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਆਪਦਾ ਕੰਮ ਫਿਰ ਵੀ ਨਹੀਂ ਛੱਡਿਆ, ਬੋਲਣਾ ਸ਼ੁਰੂ। ਉੱਧਰ ਕੋਈ ਧਿਆਨ ਨਹੀਂ, ਕੋਈ ਸੁਣਿਆ, ਉਹਨਾਂ ਦਾ ਮੋਬਾਈਲ ਦੇਖੀ ਜਾਂਦੇ, ਗੱਲਾਂ ਮਾਰੀ ਜਾਂਦੇ। ਮੈਨੂੰ ਕਹਿੰਦੇ ਤੁਸੀਂ ਬੋਲੋ। ਮੈਂ ਕੁਝ ਸਮੇਂ ਬਾਅਦ ਬੋਲ ਕੇ ਫਿਰ ਬੰਦ ਕਰ ਦਿੱਤਾ। ਰੌਲ ਲੱਗ ਗਏ, 4 ਵੱਜ ਗਏ, ਦੂਜੇ ਭਾਈ ਸਾਹਿਬ ਆ ਗਏ। ਮੈਂ ਉਹਨੂੰ ਪੁੱਛਿਆ ਬੇਟੇ ਤੁਸੀਂ ਇਹ ਦੱਸੋ, ਤੁਸੀਂ ਮੈਨੂੰ ਵਾਰੀ ਕਿਉਂ ਕਹਿ ਰਹੇ ਹੋ ਬੋਲ ਕੇ ਤੂੰ ਸੁਣਦੇ ਤਾਂ ਹੈ ਹੀ ਨਹੀਂ, ਤੁਸੀਂ ਤਾਂ ਮੋਬਾਈਲ ਦੇਖੀ ਜਾਂਦੇ ਹੋ। ਕਹਿੰਦੇ ਸਾਨੂੰ ਤਾਂ ਐਂ ਸੀ ਜੀ ਵੀ ਕਿਤੇ ਤੁਹਾਡੀ ਅੱਖ ਨਾ ਲੱਗ ਜੇ। ਦੇਖ ਲਓ ਅਸੀਂ ਸਾਡੀ ਡਿਊਟੀ ਤਾਂ ਇਹ ਲਾਈ ਹੈ ਵੀ ਮਾਂ ਭਲਿਆ ਮੈਂ 2 ਵਜੇ ਜਾ ਕੇ ਆਇਆ, ਮੈਂ ਤਾਂ ਜਾਗਣ ਵਾਸਤੇ ਆਇਆ, ਮੈਂ ਸੌਣ ਵਾਸਤੇ ਥੋੜ੍ਹੀ ਆਇਆ। ਫਿਰ ਮੈਂ ਸੁੱਤੀ ਨਹੀਂ ਪਈ ਸੀ ਘਰੇ, ਮੈਂ ਤਾਂ ਕੀ ਲੈਣਾ ਸੀ। ਇਹ ਹਾਲਤ ਅਸਲੀਅਤ ਹੈ, ਇਹ ਬਣੀ ਪਈ ਹੈ। ਕੋਈ ਬਜ਼ੁਰਗ ਜਿਹਨੂੰ ਸੁਣਦਾ ਉਹਨੂੰ ਬਿਠਾ ਦਿਓ, ਉਹ ਲਿਆਂਦਾ ਵੀ ਸਾਡੇ ਅਖੰਡ ਪਾਠ ਪ੍ਰਕਾਸ਼। ਅਸੀਂ ਨਹੀਂ ਕਰਦੇ ਸੁਣਦੇ, ਅਸੀਂ ਨਹੀਂ ਕੋਈ ਵੀ ਜਾਂਦੇ ਬਾਣੀ ਸੁਣਨ, ਸਾਡਾ ਮਤਲਬ ਨਹੀਂ ਹੈ ਇਹ ਕੰਮ ਤੁਹਾਡਾ ਪਾਠੀ ਦਾ, ਆਪੇ ਕਰਿਓ, ਬਸ ਤੋਂ ਪੈਸੇ ਲੈ ਲਓ, ਜਿਹੜਾ ਕੁਛ ਲੈਣਾ ਜੋ ਕਰਨਾ ਕਰ ਲਓ। ਸਾਡਾ ਇਸ ਤਰ੍ਹਾਂ ਨਹੀਂ ਹੋਣਾ। ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਖੁਦ ਸੁਣਨਾ ਪੈਣਾ, ਖੁਦ ਪੜ੍ਹਨਾ ਪੈਣਾ, ਖੁਦ ਕਮਾਉਣਾ ਪੈਣਾ, ਤਾਂ ਗੱਲ ਬਣਨੀ ਹੈ। ਸੋ ਇੰਨੀਆਂ ਕੁ ਬੇਨਤੀ ਪ੍ਰਵਾਨ ਕਰਨੀਆਂ। ਸ਼ਬਦ ਵਿਚਾਰ ਨਾਲ ਸਾਂਝ ਬਣਾਉਂਦੇ ਬੇਅੰਤ ਭੁੱਲਾਂ ਹੁੰਦੀਆਂ ਨੇ, ਸਮਰੱਥ ਸਤਿਗੁਰੂ ਬਖਸ਼ਣਯੋਗ ਨੇ। ਸੰਗਤ ਜੋ ਗੁਰੂ ਦਾ ਰੂਪ ਹੈ ਬਖਸ਼ਣਯੋਗ ਹੈ। ਹੋਈਆਂ ਭੁੱਲਾਂ ਬਖਸ਼ ਦੇਣਾ ਜੀ, ਹੋਈਆਂ ਭੁੱਲਾਂ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।